ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 9 ਸਤੰਬਰ ਹੈ, ਦਿਨ ਸ਼ੁੱਕਰਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾबिक ਅੱਜ 24 ਭਾਦੋਂ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਆ। ਸਭ ਤੋਂ ਪਹਿਲੀ ਖਬਰ ਤੁਹਾਨੂੰ ਇੰਗਲੈਂਡ ਤੋਂ ਦੱਸਦੇ ਹਾਂ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਕੱਲ ਸਥਾਨਕ ਸਮੇਂ ਮੁਤਾबिक ਦੁਪਹਿਰ ਨੂੰ ਦੇਹਾਂਤ ਹੋ ਗਿਆ। 96 ਸਾਲ ਦੀ ਉਮਰ ਸੀ। ਲੰਘੇ ਕੁਝ ਦਿਨਾਂ ਤੋਂ ਸਿਹਤ ਖਰਾਬ ਚੱਲ ਰਹੀ ਸੀ। ਇਨੀ ਦਿਨੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਦੇ ਲਈ ਮਹਾਰਾਣੀ ਬਾਲਮੋਰਲ ਕੈਸਲ ਦੇ ਵਿੱਚ ਰਹਿ ਰਹੀ ਸੀ। ਸਿਹਤ ਖਰਾਬ ਹੋਣ ਦੀਆਂ ਖਬਰਾਂ ਤੋਂ ਬਾਅਦ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਅਧੀਨ ਸੀ। ਮਹਾਰਾਣੀ ਤੋਂ ਬਾਅਦ ਹੁਣ ਉਹਨਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ਤੇ ਬੈਠੇਗਾ। 96 ਸਾਲ ਦੀ ਮਹਾਰਾਣੀ ਨੇ ਪੂਰੇ 70 ਸਾਲ ਇੰਗਲੈਂਡ ਦੀ ਮਹਾਰਾਣੀ ਦਾ ਤਖਤ ਸੰਭਿਆ। ਮਹਾਰਾਣੀ ਦੇ ਰਾਜ ਵਿੱਚ 1952 ਤੋਂ ਲੈ ਕੇ 2022 ਤੱਕ 15 ਪ੍ਰਧਾਨ ਮੰਤਰੀ ਰਹੇ। 1952 ਦੇ ਵਿੱਚ ਵਿੰਸਟਨ ਚਰਚਿਲ ਸਨ ਅਤੇ ਹੁਣ ਮੌਜੂਦਾ ਲਿਜ਼ ਟਰਸ ਪ੍ਰਧਾਨ ਮੰਤਰੀ ਬਣੇ ਨੇ। ਲਿਜ਼ ਟਰਸ ਤੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੰਘੇ ਦਿਨ ਹੀ ਮਹਾਰਾਣੀ ਦੇ ਨਾਲ ਕੈਸਲ ਦੇ ਵਿੱਚ ਮੁਲਾਕਾਤ ਕੀਤੀ ਸੀ। ਮਹਾਰਾਣੀ ਸਭ ਤੋਂ ਵੱਡੀ ਉਮਰ ਤੇ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਸੀ। ਉਹਨਾਂ ਨੇ ਆਪਣੇ ਪਿਤਾ ਕਿੰਗ ਜਾਰਜ ਚੌਥੇ ਦੇ ਦੇਹਾਂਤ ਤੋਂ ਬਾਅਦ 5 ਫਰਵਰੀ 1952 ਨੂੰ ਬਰਤਾਨੀਆ ਦਾ ਤਖਤ ਸੰਭਿਆ ਸੀ। ਪਿਛਲੇ ਸਾਲ ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਆਲਮੀ ਜਗਤ ਦੀਆਂ ਹੋਰ ਸਿਆਸੀ ਸ਼ਖਸੀਅਤਾਂ ਨੇ ਮਹਾਰਾਣੀ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। BBC ਅਦਾਰੇ ਦੇ ਮੁਤਾबिक ਐਲਿਜ਼ਾਬੈਥ ਦੋਇਮ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਸ਼ਹਿਜ਼ਾਦਾ ਚਾਰਲਸ ਬਰਤਾਨੀਆ ਦੇ ਨਵੇਂ ਮਹਾਰਾਜ ਅਤੇ ਰਾਸ਼ਟਰਮੰਡਲ ਮੁਲਕਾਂ ਦੇ ਨਵੇਂ ਮੁਖੀ ਵਜੋਂ ਮਹਾਰਾਣੀ ਦੇ ਅੰਤਿਮ ਸੰਸਕਾਰ ਤੇ ਸ਼ਰਧਾਂਜਲੀ ਪ੍ਰੋਗਰਾਮ ਦੀ ਅਗਵਾਈ ਕਰਨਗੇ। ਮੈਰੀ ਵਿੰਡਸਰ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਮੇਫੇਅਰ 'ਚ ਹੋਇਆ ਸੀ। ਵਿਦਿਅਕ ਸੰਸਥਾਵਾਂ ਦੇ ਵਿੱਚ ਹਿਜਾਬ ਪਹਿਨਣ ਤੇ ਲਾਈ ਗਈ ਰੋਕ ਦੇ ਫੈਸਲੇ ਨੂੰ ਕਰਨਾਟਕਾ ਹਾਈ ਕੋਰਟ ਵੱਲੋਂ ਬਰਕਰਾਰ ਰੱਖਣ ਦੇ ਖਿਲਾਫ ਦਾਇਰ ਕੀਤੀਆਂ ਗਈਆਂ ਅਪੀਲਾਂ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ। ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੇ 5 ਜੱਜਾਂ ਦੇ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਦਸਤਾਰ ਤੇ ਕਿਰਪਾਨ ਸਿੱਖਾਂ ਦੇ ਲਈ ਜ਼ਰੂਰੀ ਹੈ। ਇਸ ਲਈ ਸਿੱਖਾਂ ਦੀ ਦਸਤਾਰ ਪਹਿਨਣ ਦੀ ਹਿਜਾਬ ਨਾਲ ਤੁਲਨਾ ਕਰਨੀ ਬਿਲਕੁਲ ਗੈਰ ਵਾਜਿਬ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ 5 ਕਕਾਰ ਜ਼ਰੂਰੀ ਨੇ। ਅਪੀਲਕਰਤਾਵਾਂ ਦੇ ਵਿੱਚੋਂ ਇੱਕ ਦੇ ਵਕੀਲ ਨਿਜ਼ਾਮੁਦੀਨ ਪਾਸ਼ਾ ਨੇ ਆਪਣੀਆਂ ਦਲੀਲਾਂ ਦੇ ਵਿੱਚ ਕਿਰਪਾਨ ਤੇ ਦਸਤਾਰ ਦੀ ਤੁਲਨਾ ਹਿਜਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਐਡਵੋਕੇਟ ਪਾਸ਼ਾ ਨੇ ਕਿਹਾ ਕਿ ਹਿਜਾਬ ਪਹਿਨਣਾ ਮੁਸਲਿਮ ਲੜਕੀਆਂ ਦੇ ਧਾਰਮਿਕ ਰੀਤੀ ਰਿਵਾਜਾਂ ਦਾ ਹਿੱਸਾ ਹੈ। ਉਹਨਾਂ ਨੇ ਇਹ ਵੀ ਪੁੱਛਿਆ ਕਿ ਕੀ ਹਿਜਾਬ ਪਹਿਨਣ ਵਾਲੀਆਂ ਲੜਕੀਆਂ ਨੂੰ ਸਕੂਲ ਆਉਣ ਤੋਂ ਰੋਕਿਆ ਜਾ ਸਕਦਾ ਹੈ, ਜਦਕਿ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਹੈ। ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਸਖਤੀ ਨਾਲ ਕਿਹਾ ਕਿ ਸਿੱਖੀ ਦੇ ਵਿੱਚ 5 ਕਕਾਰ, ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਹਿਰਾ ਪੂਰੀ ਤਰ੍ਹਾਂ ਨਾਲ ਸਥਾਪਿਤ ਨੇ ਅਤੇ ਇਹਨਾਂ ਦੀ ਵਿਲੱਖਣ ਪਛਾਣ ਹੈ। ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦੇ ਹੋਏ ਵੀ ਕਿਹਾ ਕਿ ਇਹ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਖੁੱਲ੍ਹ ਦਿੰਦੀ ਹੈ। ਇਹ ਧਾਰਾ ਜ਼ਮੀਰ ਦੀ ਆਜ਼ਾਦੀ ਦੇ ਨਾਲ ਕਾਰੋਬਾਰ, ਰਵਾਇਤ ਅਤੇ ਕਿਸੇ ਵੀ ਧਰਮ ਨੂੰ ਮੰਨਣ ਦੀ ਖੁੱਲ੍ਹ ਦਿੰਦੀ ਹੈ। ਬੈਂਚ ਨੇ ਕਿਹਾ ਕਿ ਇਹਨਾਂ ਰਵਾਇਤਾਂ ਨੂੰ ਨਾ ਮਿਲੋ, ਇਹਨਾਂ ਦੀ ਤੁਲਨਾ ਨਾ ਕਰੋ, ਕਿਉਂਕਿ ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਪ੍ਰਵਾਨਿਤ ਨੇ। ਇਸ ਤੇ ਫਿਰ ਵਕੀਲ ਨਿਜ਼ਾਮ ਪਾਸ਼ਾ ਨੇ ਦਲੀਲ ਦਿੱਤੀ ਕਿ ਧਾਰਾ 25 ਵਿੱਚ ਤਾਂ ਪੂਰੇ 5 ਕਕਾਰਾਂ ਦਾ ਨਹੀਂ ਬਲਕਿ ਸਿਰਫ ਕਿਰਪਾਨ ਦਾ ਜ਼ਿਕਰ ਹੈ। ਫਿਰ ਬੈਂਚ ਦੇ ਜੱਜਾਂ ਨੇ ਕਿਹਾ, ਸਖਤੀ ਨਾਲ ਕਿਹਾ ਕਿ ਅਸੀਂ ਕੀ ਕਹਿ ਰਹੇ ਹਾਂ, ਕਿਰਪਾ ਕਰਕੇ ਇਸ ਨੂੰ ਸਿੱਖੀ ਨਾਲ ਨਾ ਮਿਲੋ, ਹਿਜਾਬ ਨੂੰ ਦਸਤਾਰ ਦੇ ਨਾਲ ਨਾ ਮਿਲੋ। ਸੋ ਇੱਕ ਪਾਸੇ ਸੁਪਰੀਮ ਕੋਰਟ ਨੇ ਸਿੱਖਾਂ ਦੀ ਕਿਰਪਾਨ ਨੂੰ ਲੈ ਕੇ 5 ਕਕਾਰਾਂ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ, ਤਾਂ ਦੂਸਰੇ ਪਾਸੇ ਦਿੱਲੀ ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਮੈਟਰੋ ਦੇ ਸੁਰੱਖਿਆ ਅਮਲੇ ਨੇ 3 ਫੁੱਟ ਲੰਮੀ ਕਿਰਪਾਨ ਦੇ ਨਾਲ ਸਫ਼ਰ ਕਰਨ ਤੋਂ ਰੋਕ ਦਿੱਤਾ। ਸਾਬਕਾ ਜਥੇਦਾਰ ਨੇ 3 ਫੁੱਟ ਲੰਬੀ ਸ੍ਰੀ ਸਾਹਿਬੀ ਪਹਿਨੀ ਹੋਈ ਸੀ, ਜਿਸ ਕਰਕੇ ਉਹਨਾਂ ਨੂੰ ਮੈਟਰੋ ਵਿੱਚ ਚੜ੍ਹਨ ਹੀ ਨਹੀਂ ਦਿੱਤਾ ਗਿਆ। ਸਾਬਕਾ ਜਥੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਉਹ ਦੁਆਰਕਾ ਦੇ ਸੈਕਟਰ 21 ਤੋਂ ਤਿਲਕ ਨਗਰ ਵੱਲ ਮੈਟਰੋ ਰਾਹੀਂ ਜਾਣ ਲਈ ਜਿਵੇਂ ਹੀ ਸਟੇਸ਼ਨ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਅਮਲੇ ਨੇ ਰੋਕ ਦਿੱਤਾ ਕਿ ਇਹ ਪ੍ਰਵਾਨਿਤ ਨਹੀਂ ਹੈ। ਉਹਨਾਂ ਕਿਹਾ ਕਿ ਉਹ ਸਿਰਫ ਛੋਟੇ ਆਕਾਰ ਦੀ 6 ਇੰਚ ਦੀ ਸ੍ਰੀ ਸਾਹਿਬ ਪਾ ਕੇ ਹੀ ਸਫ਼ਰ ਕਰ ਸਕਦੇ ਨੇ। ਜਥੇਦਾਰ ਕੇਵਲ ਸਿੰਘ ਨੇ ਕਿਹਾ ਕਿ ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ। ਕਹਿੰਦੇ ਮੈਂ ਪਹਿਲਾਂ ਵੀ ਵੱਡੀ ਕਿਰਪਾਨ ਦੇ ਨਾਲ ਮੈਟਰੋ ਦੇ ਵਿੱਚ ਸਫ਼ਰ ਕਰਦਾ ਰਿਹਾ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਹਵਾਈ ਸਫ਼ਰ ਵਾਲੇ ਕਾਨੂੰਨਾਂ ਨੂੰ ਹੁਣ ਮੈਟਰੋ ਦੇ ਵਿੱਚ ਵੀ ਲਾਗੂ ਕਰਨਾ ਬਹੁਤ ਦੁੱਖ ਦੀ ਗੱਲ ਹੈ। ਸਿੱਖ ਲੀਡਰਾਂ ਦੇ ਨਾਲ ਸ਼ਿਕਵਾ ਜ਼ਾਹਿਰ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਲੀਡਰ ਸਿਰਫ ਕੁਰਸੀਆਂ ਦੇ ਸੁੱਖ ਨਾ ਭੋਗਣ, ਸਿੱਖਾਂ ਦੇ ਮਸਲਿਆਂ ਵੱਲ ਵੀ ਧਿਆਨ ਦੇਣ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਧਾਰਮਿਕ ਆਜ਼ਾਦੀ ਦੇ ਹੱਕ ਦਿੱਤੇ ਗਏ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਜਾਲੀ ਨੰਬਰ ਵਾਲੇ ਵਾਹਨਾਂ ਨੂੰ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ, ਉਹਨਾਂ ਵਾਹਨਾਂ ਨੂੰ ਢਿੱਲ ਦੇਣ ਤੇ ਗੰਭੀਰ ਨਾਰਾਜ਼ਗੀ ਪ੍ਰਗਟਾਈ ਹੈ। ਜਨਤਕ
ਹਿੱਤ ਵਿੱਚ ਦਾਇਰ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਰਵੀ ਸ਼ੰਕਰ ਝਾਅ ਤੇ ਜਸਟਿਸ ਅਰੁਣ ਪੱਲੀ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਦੱਸਿਆ ਗਿਆ ਕਿ ਅਧਿਕਾਰੀਆਂ ਕੋਲ 1300 ਵਾਹਨਾਂ ਦੀ ਗੈਰ ਕਾਨੂੰਨੀ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਮੌਜੂਦ ਸੀ, ਜੋ ਨਾ ਸਿਰਫ ਪੰਜਾਬ ਬਲਕਿ ਮੁਲਕ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਆਵਾਜਾਈ ਕਰਦੇ ਰਹੇ ਨੇ, ਪਰ ਇਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਬੈਂਚ ਨੇ ਕਿਹਾ ਕਿ ਇਹ ਵੀ ਪਤਾ ਲੱਗਿਆ ਕਿ ਨਾ ਹੀ ਕੋਈ ਰਜਿਸਟ੍ਰੇਸ਼ਨ ਰੱਦ ਕੀਤੀ ਗਈ, ਨਾ ਹੀ ਇਸ ਮਾਮਲੇ ਵਿੱਚ ਸ਼ਾਮਿਲ ਡੀਲਰਾਂ ਜਾਂ ਹੋਰ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਕੀਤੀ ਗਈ। ਇਹਨਾਂ ਬਾਰੇ ਇੱਕ ਕਮੇਟੀ ਕੋਲ ਗੈਰ ਕਾਨੂੰਨੀ ਰਜਿਸਟ੍ਰੇਸ਼ਨ ਤੇ ਰਿਕਾਰਡ ਆਦਿ ਨਾਲ ਛੇੜਛਾੜ ਸਾਰੇ ਸਬੂਤ ਮੌਜੂਦ ਸਨ, ਸਾਰੀ ਜਾਣਕਾਰੀ ਮੌਜੂਦ ਸੀ। ਇਸ ਲਈ ਅਸੀਂ ਇਸ ਮਾਮਲੇ ਤੇ ਗੰਭੀਰ ਨਾਰਾਜ਼ਗੀ ਪ੍ਰਗਟਾਉਂਦੇ ਹਾਂ। ਆਪਣੇ ਹੁਕਮਾਂ ਦੇ ਵਿੱਚ ਬੈਂਚ ਨੇ ਕਿਹਾ ਕਿ ਪਟੀਸ਼ਨਰ ਸਿਮਰਨਜੀਤ ਸਿੰਘ ਨੇ ਇੱਕ ਪਟੀਸ਼ਨ ਦਾਖਲ ਕਰਕੇ ਅਦਾਲਤ ਸਾਹਮਣੇ ਕਈ ਦਸਤਾਵੇਜ਼ ਪੇਸ਼ ਕੀਤੇ ਨੇ, ਜਿਨ੍ਹਾਂ ਤੋਂ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਚੱਲ ਰਹੀ ਗੜਬੜੀ ਤੇ ਇਹਨਾਂ ਵਾਹਨਾਂ ਦੇ ਕਿਸੇ ਅਪਰਾਧਿਕ ਘਟਨਾ ਲਈ ਵਰਤੋਂ ਬਾਰੇ ਸੰਭਾਵਨਾ ਦਾ ਖੁਲਾਸਾ ਹੋਇਆ ਹੈ। ਇਸ ਦੇ ਬਾਵਜੂਦ ਵੀ ਸੂਬਾ ਸਰਕਾਰ ਨੇ ਆਪਣਾ ਜਵਾਬ ਦਾਖਲ ਨਹੀਂ ਕੀਤਾ। ਹਾਈ ਕੋਰਟ ਨੇ ਇਹ ਵੀ ਚਿਤਾਇਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਟਰਾਂਸਪੋਰਟ ਵਿਭਾਗ ਦੇ 4 ਅਧਿਕਾਰੀਆਂ ਵਾਲੀ ਇੱਕ ਕਮੇਟੀ ਬਣਾਈ ਗਈ ਸੀ, ਪਰ ਲਗਭਗ 2 ਸਾਲ ਬੀਤਣ ਦੇ ਬਾਅਦ ਵੀ ਰਿਕਾਰਡ ਤੇ ਕੁਝ ਨਹੀਂ ਲਿਆਂਦਾ ਗਿਆ। ਬੈਂਚ ਨੇ ਤਿੱਖੀ ਝਾੜ ਪਾਉਂਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਸ ਢੰਗ ਨਾਲ ਅਧਿਕਾਰੀਆਂ ਵੱਲੋਂ ਇਸ ਮਸਲੇ ਦੇ ਨਾਲ ਨਜਿੱਠਿਆ ਗਿਆ ਉਹ ਗੈਰ ਸੰਵੇਦਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਚੁੱਕੇ ਕਦਮਾਂ ਤੋਂ ਅਦਾਲਤ ਸੰਤੁਸ਼ਟ ਨਹੀਂ ਹੈ। ਇਸ ਤੇ ਸਰਕਾਰੀ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਲਈ ਮੁੜ ਕਮੇਟੀ ਬਣਾਈ ਜਾਏਗੀ, ਜਿਸ ਵਿੱਚ ਪੁਲਿਸ ਤੇ ਹੋਰ ਵਿਭਾਗਾਂ ਤੋਂ ਖਾਸ ਸੇਵਾਵਾਂ ਲਈਆਂ ਜਾਣਗੀਆਂ। ਇਹਦੇ ਵਿੱਚ ਵਿਜੀਲੈਂਸ, ਸਾਈਬਰ ਕ੍ਰਾਈਮ ਤੇ ਸੂਚਨਾ ਟੈਕਨੋਲੋਜੀ ਵਿਭਾਗ ਸ਼ਾਮਿਲ ਹੋਣਗੇ। ਇਸ ਕੇਸ ਤੇ ਅਗਲੀ ਸੁਣਵਾਈ 14 ਸਤੰਬਰ ਨੂੰ ਹੋਵੇਗੀ। ਪੰਜਾਬ ਦਾ ਦਰਿਆਈ ਪਾਣੀ ਹੋਰ ਸੂਬਿਆਂ ਨੂੰ ਦਿੱਤੇ ਜਾਣ ਦਾ ਹੁਣ ਕਿਸਾਨ ਯੂਨੀਅਨਾਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਤੇ ਪੰਜਾਬ ਦਾ ਪਾਣੀ ਜੇ ਕਿਸੇ ਹੋਰ ਸੂਬੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਲੁਧਿਆਣਾ ਦੇ ਵਿੱਚ। ਉਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮੋਰਚਾ ਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਇਸ ਲੜਾਈ ਦੇ ਲਈ ਕਿਸਾਨਾਂ ਨੂੰ ਕਮਰ ਕੱਸੇ ਕਰਨ ਦੀ ਅਪੀਲ ਵੀ ਕੀਤੀ। ਉਧਰ ਪਟਿਆਲਾ ਦੇ ਭਵਾਨੀਗੜ੍ਹ ਪਹੁੰਚੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਪਾਣੀ ਖੋਹਣ ਦੀ ਚਾਲ ਚੱਲੀ ਹੈ। ਉਹਨਾਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਵੀ ਕਾਬੂ ਤੋਂ ਬਾਹਰ ਦੱਸਿਆ ਤੇ ਕਿਹਾ ਕਿ ਜੇ ਛੇਤੀ ਹੀ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਪੰਜਾਬ ਦਾ ਹਾਲ ਵੀ ਸ਼੍ਰੀਲੰਕਾ ਵਾਲਾ ਬਣ ਜਾਏਗਾ ਤੇ ਹਰ ਪਾਸੇ ਬਦਅਮਨੀ ਫੈਲ ਜਾਵੇਗੀ। ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਿਮੋਟ ਦੇ ਨਾਲ ਚਲਾ ਰਿਹਾ ਹੈ ਤੇ ਹੁਣ ਹਰਿਆਣਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਪੰਜਾਬ ਦਾ ਪਾਣੀ ਲੁੱਟਣ ਦੀ ਚਾਲ ਚੱਲੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ। ਇਸ ਦੇ ਲਈ ਪਾਰਟੀ ਹਰ ਸੰਘਰਸ਼ ਕਰਨ ਲਈ ਤਿਆਰ ਹੈ। ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਵਾਂ ਨੇ ਰਲ ਕੇ ਹਰਿਆਣਾ ਦੇ ਆਦਮਪੁਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ। ਸਿੱਖਿਆ ਤੇ ਸਿਹਤ ਸਹੂਲਤਾਂ ਦਾ ਹਵਾਲਾ ਦੇ ਕੇ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਕੱਲ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਨਾਜਾਇਜ਼ ਖਨਨ ਦੇ ਮਾਮਲੇ ਤੇ ਵੀ ਅਹਿਮ ਸੁਣਵਾਈ ਹੋਈ, ਜਿਸ ਦਰਮਿਆਨ ਭਾਰਤੀ ਫੌਜ ਅਤੇ BSF ਨੇ ਆਪਣਾ ਜਵਾਬ ਦਾਖਲ ਕੀਤਾ ਤੇ ਇਸ ਜਵਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਕਈ ਭੇਤ ਖੋਲੇ ਗਏ ਨੇ। ਪਟੀਸ਼ਨਰ ਧਿਰ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਨੇੜੇ ਹਾਲੇ ਵੀ ਮਾਈਨਿੰਗ ਜਾਰੀ ਹੈ ਤੇ ਹਾਈ ਕੋਰਟ ਨੇ ਅਗਲੀ ਸੁਣਵਾਈ 27 ਅਕਤੂਬਰ ਤੇ ਪਾ ਦਿੱਤੀ ਹੈ। ਦਰਅਸਲ ਹਾਈ ਕੋਰਟ ਦੇ ਵਿੱਚ BSF ਨੇ ਕਿਹਾ ਕਿ ਪੰਜਾਬ ਦੇ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮਾਈਨਿੰਗ ਸ਼ੁਰੂ ਹੋ ਜਾਂਦੀ ਹੈ ਤੇ ਦੇਰ ਸ਼ਾਮ ਤੱਕ ਇਹ ਕੰਮ ਚੱਲਦਾ ਰਹਿੰਦਾ ਹੈ। ਕਈ ਦਫਾ ਤਾਂ ਪੂਰੀ ਰਾਤ ਮਾਈਨਿੰਗ ਹੁੰਦੀ ਰਹਿੰਦੀ ਹੈ। ਇਸ ਬਾਰੇ ਕਹਿੰਦੇ ਸਮੇਂ-ਸਮੇਂ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ, ਪਰ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਇਸ ਕਾਰਨ ਸਰਹੱਦੀ ਇਲਾਕੇ ਵਿੱਚ ਡੂੰਘੇ ਟੋਏ ਵੀ ਪੈ ਗਏ ਨੇ, ਜਿਸ ਨਾਲ ਪਾਣੀ ਦਾ ਕੁਦਰਤੀ ਵਹਾਅ ਵੀ ਬਦਲ ਸਕਦਾ ਹੈ ਤੇ ਕਿਤੇ ਬਦਲ ਵੀ ਦਿੱਤਾ ਗਿਆ ਹੋਵੇਗਾ। BSF ਨੇ ਕਿਹਾ ਕਿ ਇਸ ਤੋਂ ਇਲਾਵਾ ਕੌਮਾਂਤਰੀ ਸਰਹੱਦ ਤੋਂ ਪਾਰ ਸੁਰੰਗ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਤੇ ਇਸ ਨੂੰ ਕੌਮੀ ਸੁਰੱਖਿਆ ਦੇ ਲਈ BSF ਨੇ ਵੱਡਾ ਖਤਰਾ ਦੱਸਿਆ ਹੈ। ਉਹਨਾਂ ਨੇ ਫੌਜ ਦੇ ਬੰਕਰਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਫੌਜ ਨੇ ਜਵਾਬ ਦੇ ਵਿੱਚ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ISI ਦੇ ਕੰਟਰੋਲ ਵਾਲੇ ਤਸਕਰਾਂ ਤੇ ਦੇਸ਼ ਵਿਰੋਧੀ ਤੱਤਾਂ ਦੇ ਗੱਠਜੋੜ ਨੂੰ ਮੌਕਾ ਦੇ ਸਕਦੀ ਹੈ ਤੇ ਹਾਈ ਕੋਰਟ ਦੇ ਬੈਂਚ ਨੇ ਇਹਨਾਂ ਸਾਰੇ ਭੇਤ ਖੁੱਲਣ ਤੋਂ ਬਾਅਦ ਚਿੰਤਾ ਵੀ ਜ਼ਾਹਿਰ ਕੀਤੀ। ਖਬਰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਤੋਂ ਹੈ।
ਚੰਗੀ ਖਬਰ ਹੈ ਕਿ 2.5 ਦਹਾਕਿਆਂ ਤੋਂ ਬਾਅਦ ਪਿੰਡ ਬਡਰੁੱਖਾਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਨਸੀਬ ਹੋ ਗਿਆ। ਬਡਰੁੱਖਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਹੈ, ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਪਿੰਡ ਬਡਰੁੱਖਾਂ ਦੇ ਲੋਕ 25 ਸਾਲਾਂ ਤੋਂ ਸ਼ੇਰੇ ਪੰਜਾਬ ਦੇ ਬੁੱਤ ਦੀ ਉਡੀਕ ਕਰ ਰਹੇ ਸੀ। ਹਾਲਾਂਕਿ ਸਮੇਂ ਦੀਆਂ ਸਰਕਾਰਾਂ ਨੇ ਕਈ ਵਾਰੀ ਬੁੱਤ ਸਥਾਪਿਤ ਕੀਤੇ ਜਾਣ ਦੇ ਵਾਅਦੇ ਵੀ ਕੀਤੇ, ਪਰ ਇਹਨਾਂ 'ਚੋਂ ਕੋਈ ਵਾਅਦਾ ਵਫਾ ਨਹੀਂ ਹੋਇਆ। ਹੁਣ ਆਖਿਰਕਾਰ ਸ਼ੇਰੇ ਪੰਜਾਬ ਦਾ ਬੁੱਤ 2 ਦਿਨ ਪਹਿਲਾਂ ਹੀ ਪਿੰਡ ਬਡਰੁੱਖਾਂ ਪਹੁੰਚ ਗਿਆ ਹੈ। ਭਾਵੇਂ ਬੁੱਤ ਨੂੰ ਨੈਸ਼ਨਲ ਹਾਈਵੇ 7 ਤੇ ਬਣੇ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ, ਪਰ ਹਾਲੇ ਬੁੱਤ ਵਾਲੇ ਥਾਂ ਦਾ ਉਸਾਰੀ ਕਾਰਜ ਅਧੂਰਾ ਹੈ। ਪਿੰਡ ਦੇ ਕਾਂਗਰਸ ਸਰਪੰਚ ਕੁਲਜੀਤ ਸਿੰਘ ਤੂਰ ਨੇ ਦੱਸਿਆ ਕਿ ਬੁੱਤ ਲਾਉਣ ਤੇ ਯਾਦਗਾਰੀ ਪਾਰਕ ਨੂੰ ਅਪਗ੍ਰੇਡ ਕਰਨ ਦੇ ਲਈ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਸਰਕਾਰ ਤੋਂ 99 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਵਾਈ ਸੀ, ਜਿਸ ਤੋਂ ਬਾਅਦ ਇਹ ਕਾਰਜ ਮੁਕੰਮਲ ਹੋ ਸਕਿਆ। ਉਹਨਾਂ ਦੱਸਿਆ ਕਿ ਬੁੱਤ ਮਹਾਰਾਸ਼ਟਰ ਦੇ ਸ਼ਹਿਰ ਸੋਲਾਪੁਰ ਤੋਂ ਬਣ ਕੇ ਆਇਆ ਹੈ। ਬੁੱਤ ਵਾਲੇ ਥਾਂ ਦੇ ਆਲੇ ਦੁਆਲੇ ਹਾਲੇ ਪੱਥਰ ਤੇ ਲਾਈਟਾਂ ਲੱਗਣ ਦਾ ਕੰਮ ਅਧੂਰਾ ਹੈ। ਪੂਰਾ ਹੋਣ ਤੋਂ ਬਾਅਦ ਹੀ ਇਸ ਦਾ ਰਸਮੀ ਉਦਘਾਟਨ ਕੀਤਾ ਜਾਏਗਾ। ਪਿੰਡ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਉਸਾਰੀ ਪੂਰੀ ਹੋਣ ਤੋਂ ਬਾਅਦ ਸ਼ੇਰੇ ਪੰਜਾਬ ਦੇ 13 ਨਵੰਬਰ ਨੂੰ ਆ ਰਹੇ ਜਨਮ ਦਿਹਾੜੇ ਮੌਕੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਸੋ ਭਾਵੇਂ ਇਸ ਬੁੱਤ ਨੂੰ ਲਾਉਣ ਦਾ ਐਲਾਨ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ, ਭਾਵੇਂ ਕਾਂਗਰਸ ਦੇ ਵੱਲੋਂ ਰਾਸ਼ੀ ਮਨਜ਼ੂਰ ਕਰਕੇ ਇਸ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਪਰ 25 ਸਾਲਾਂ ਬਾਅਦ ਇਸ ਬੁੱਤ ਨੂੰ ਸਥਾਪਿਤ ਕਰਨ ਦਾ ਜਿਹੜਾ ਜ਼ਿੰਮਾ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ। ਤੇ ਜਿਸ ਦਿਨ ਬੁੱਤ ਸਥਾਪਿਤ ਕੀਤਾ ਜਾਏਗਾ, ਜ਼ਾਹਿਰ ਤੌਰ ਤੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਜ਼ਰੂਰ ਇਸ ਤੇ ਨਿਸ਼ਾਨੇ ਕੱਸੇ ਜਾਣਗੇ। ਕ੍ਰੈਡਿਟ ਵਾਰ ਦੀ ਹੋੜ ਹੈ ਜਿਹੜੀ ਉਹ ਜ਼ਰੂਰ ਲੱਗੇਗੀ ਤਿੰਨਾਂ ਪਾਰਟੀਆਂ ਦੇ ਵਿਚਾਲੇ। ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜੇ ਦੀ ਸਾਰੀ ਜਾਇਦਾਦ 25,000 ਕਰੋੜ ਦੀ ਜਾਇਦਾਦ ਉਹਨਾਂ ਦੇ ਪਰਿਵਾਰ ਨੂੰ ਦੇਣ ਦਾ ਹੁਕਮ ਦੇ ਦਿੱਤਾ, ਜਿਸ ਤੋਂ ਬਾਅਦ ਹੁਣ ਫਰੀਦਕੋਟ ਰਿਆਸਤ ਦੀ ਬੇਸ਼ੁਮਾਰ ਕੀਮਤੀ ਜਾਇਦਾਦ ਦੀ ਸਾਂਭ ਸੰਭਾਲ ਕਰ ਰਹੇ ਟਰੱਸਟ ਦੇ ਮੁਲਾਜ਼ਮਾਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਗਿਆ। ਦਰਅਸਲ ਟਰੱਸਟ ਦੇ ਅਧੀਨ 250 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਨੇ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ 1 ਅਕਤੂਬਰ 2022 ਤੋਂ ਸ਼ਾਹੀ ਟਰੱਸਟ ਦੀ ਹੋਂਦ ਖਤਮ ਹੋ ਜਾਏਗੀ। ਇਸ ਵਕਤ ਜਿਹੜੇ 250 ਮੁਲਾਜ਼ਮ ਕੰਮ ਕਰ ਰਹੇ ਨੇ ਉਹ ਰਾਜ ਮਹਿਲ, ਸ਼ਾਹੀ ਕਿਲਾ, ਕੰਟਰੀ ਕਲੱਬ, ਹਸਪਤਾਲ, ਅਸਤਬਲ ਤੇ ਹਵਾਈ ਅੱਡੇ ਦੀ ਸਾਂਭ ਸੰਭਾਲ ਦੇ ਲਈ ਤੈਨਾਤ ਨੇ। ਚੈਲ ਰੋਡ ਤੇ 50 ਏਕੜ ਦੇ ਬਾਗ ਦੀ ਸੰਭਾਲ ਲਈ ਵੀ ਮੁਲਾਜ਼ਮ ਤੈਨਾਤ ਕੀਤੇ ਹੋਏ ਨੇ। ਫਰੀਦਕੋਟ ਦੇ ਪਿੰਡ ਬੀੜ, ਸਿੱਖਾਂਵਾਲਾ ਤੇ ਘੁਗਿਆਣਾ ਦੇ ਵਿੱਚ ਰਿਆਸਤ ਦੇ ਜੰਗਲਾਂ ਦੀ ਸਾਂਭ ਸੰਭਾਲ ਦੇ ਲਈ ਵੀ ਕਰਮਚਾਰੀ ਕੰਮ ਕਰਦੇ ਨੇ, ਪਰ ਹੁਣ ਕਾਨੂੰਨੀ ਤੌਰ ਤੇ ਇਹ ਸਾਰੀਆਂ ਜਾਇਦਾਦਾਂ ਸ਼ਾਹੀ ਪਰਿਵਾਰ ਦੇ ਵਾਰਸਾਂ ਦੀਆਂ ਹੋ ਗਈਆਂ ਨੇ। ਹਾਲਾਂਕਿ ਸਾਂਭ ਸੰਭਾਲ ਦੀ ਤਾਂ ਹੁਣ ਵੀ ਲੋੜ ਪਵੇਗੀ। ਹੋ ਸਕਦਾ ਹੈ ਕਿ ਸ਼ਾਹੀ ਪਰਿਵਾਰ ਦੇ ਵੱਲੋਂ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ, ਪਰ ਟਰੱਸਟ ਦਾ ਹੁਣ ਇਹਨਾਂ ਜਾਇਦਾਦਾਂ ਦੇ ਵਿੱਚ ਕੋਈ ਦਖਲ ਨਹੀਂ ਰਹੇਗਾ। ਟਰੱਸਟ ਦੇ ਮੁਲਾਜ਼ਮ ਸ਼ਿਵਿੰਦਰ ਸਿੰਘ ਦੇ ਮੁਤਾਬਿਕ ਰਿਆਸਤ ਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਸ਼ਾਹੀ ਪਰਿਵਾਰ ਜਾਂ ਟਰੱਸਟ ਨੇ ਸੇਵਾਵਾਂ ਜਾਰੀ ਰੱਖਣ ਸੰਬੰਧੀ ਕੋਈ ਭਰੋਸਾ ਨਹੀਂ ਦਿੱਤਾ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣੀਆਂ ਵੀ ਬੰਦ ਹੋ ਗਈਆਂ ਸਨ। ਬਾਅਦ ਵਿੱਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਟਰੱਸਟ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ। ਹਾਲਾਂਕਿ ਟਰੱਸਟ ਨੂੰ ਆਪਣੀ ਹੋਂਦ ਕਾਇਮ ਰਹਿਣ ਦੀ ਆਸ ਸੀ। ਟਰੱਸਟ ਨੂੰ ਆਸ ਸੀ ਕਿ ਸੁਪਰੀਮ ਕੋਰਟ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਏਗਾ। ਇਸ ਕਰਕੇ ਸ਼ਾਹੀ ਕਿਲੇ ਦੀ ਮੁਰੰਮਤ ਜੰਗੀ ਪੱਧਰ ਤੇ ਕਰਵਾਈ ਜਾ ਰਹੀ ਸੀ ਤੇ ਇਸ ਮਕਸਦ ਲਈ ਵਿਸ਼ੇਸ਼ ਸਟਾਫ ਵੀ ਭਰਤੀ ਕੀਤਾ ਗਿਆ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਲੇ ਨੂੰ ਦੇਸ਼ ਭਰ ਦੇ ਸੈਲਾਨੀਆਂ ਦੇ ਲਈ ਖੋਲ੍ਹਿਆ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਸ਼ਾਹੀ ਟਰੱਸਟ ਦੀ ਹੋਂਦ ਖਤਮ ਕਰ ਦਿੱਤੀ ਗਈ ਹੈ। ਹਾਲ ਦੀ ਘੜੀ 250 ਮੁਲਾਜ਼ਮਾਂ ਦੇ ਭਵਿੱਖ ਤੇ ਖਤਰਾ ਮੰਡਰਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਸ਼ਾਹੀ ਪਰਿਵਾਰ ਦੀ ਇਕਲੌਤੀ ਬੱਚੀ ਅੰਮ੍ਰਿਤ ਕੌਰ ਦੇ ਵੱਲੋਂ ਕੋਈ ਐਲਾਨ ਕੀਤਾ ਜਾਵੇ, ਜੋ ਹੁਣ ਸਾਰੀ ਜਾਇਦਾਦ ਦੀ ਮਾਲਕ ਹੈ। ਪੰਜਾਬ ਸਰਕਾਰ ਨੇ ਨਕਲੀ ਕੀਟਨਾਸ਼ਕ ਖਾਦਾਂ ਤੇ ਬੀਜਾਂ ਦੀ ਵਿਕਰੀ ਰੋਕਣ ਦੇ ਲਈ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕਾਨੂੰਨ ਦੇ ਵਿੱਚ ਗੈਰ ਜ਼ਮਾਨਤੀ ਧਾਰਾਵਾਂ ਸ਼ਾਮਲ ਕੀਤੀਆਂ ਜਾਣਗੀਆਂ। उन्होंने कहा कि सरकार किसी भी कीमत ते नकली कीटनाशक खादां ते बीजां दी विक्री नहीं होण देवेगी। इसलिए आउंदे दिनां दे विच कई वड्डे फैसले लए जाणगे। इन्हां फैसलिਆਂ ਤੋਂ ਬਾਅਦ सूबे दे विच कीटनाशक खादां ते बीजां ਦੀ विक्री मौके दुकानदारां ਨੂੰ पक्का बिल देना लाजमी होवेगा। जेकर कोई बिना बिल तो विक्री करदा पाया गया तो उस खिलाफ सख्त कार्रवाई होवेगी। पंजाब सरकार सहकारी बैंकां दा रलेवां भी करना चाहुंदी है। इस लई पंजाब दे खजाना मंत्री हरपाल सिंह चीमा ने केंद्र सरकार ਨੂੰ अपील की है कि जिला सहकारी केंद्री बैंक ਦੇ पंजाब राज सहकारी बैंक नाल रलेवें बारे पंजाब दे प्रस्ताव की प्रवानगी ਲਈ केंद्रीय रिजर्व बैंक ते दबाव पाया जावे।
ਉਹਨਾਂ ਕਿਹਾ ਕਿ ਪੰਜਾਬ ਸੂਬੇ ਦੇ ਲਈ 20 ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕਾਂ ਦਾ ਢਾਂਚਾ ਢੁਕਵਾਂ ਨਹੀਂ ਹੈ। ਇਸ ਤੀਹਰੀ ਪਰਤ ਵਾਲੇ ਢਾਂਚੇ ਨੂੰ ਬੈਂਕ ਦੇ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਰਲੇਵੇਂ ਸਦਕਾ 2 ਪਰਤੀ ਬਣਾਏ ਜਾਣ ਨਾਲ ਪ੍ਰਸ਼ਾਸਕੀ ਸੁਧਾਰ ਵੀ ਹੋਵੇਗਾ, ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਹਨਾਂ PSCB ਨੂੰ 2% ਵਿਆਜ ਸਹਾਇਤਾ ਬਹਾਲ ਕਰਨ ਲਈ ਵੀ ਕੇਂਦਰ ਸਰਕਾਰ ਤੇ ਜ਼ੋਰ ਪਾਇਆ ਹੈ। ਵੀਜ਼ਿਆਂ ਦੇ ਨਾਲ ਜੁੜੀ ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਭਾਰਤ ਵਿੱਚ ਸਥਿਤ US ਮਿਸ਼ਨ ਨੇ 2022 ਵਿੱਚ ਰਿਕਾਰਡ ਤੋੜ 82,000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਨੇ। यानी कि अमरीका ने 2022 इसे साल दे विच हुण सितंबर महीना चढ़ गया, सितंबर तक 82,000 भारतीय विद्यार्थियों नूं वीजे दे भी दिते ने। ਇਹ ਕਿਸੇ ਵੀ ਹੋਰ ਮੁਲਕ ਵੱਲੋਂ ਜਾਰੀ ਵੀਜ਼ਿਆਂ ਦੇ ਮੁਕਾਬਲੇ ਸਭ ਤੋਂ ਵੱਧ ਨੇ। ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦਾ ਲਗਭਗ 20% ਨੇ। ਅਮਰੀਕੀ ਮਾਮਲਿਆਂ ਦੇ ਅਧਿਕਾਰੀ ਪੈਟਰੀਸੀਆ ਲਾਸਨਾ ਨੇ ਕਿਹਾ ਕਿ ਕੋਵਿਡ-19 ਦੇ ਦਰਮਿਆਨ ਵੀ ਇੰਨੀ ਵੱਡੀ ਗਿਣਤੀ ਵਿੱਚ ਵੀਜ਼ੇ ਅਮਰੀਕਾ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ, ਜੋ ਕਿ ਇੱਕ ਚੰਗੀ ਗੱਲ ਹੈ। ਸਰਕਾਰੀ ਜਾਣਕਾਰੀ ਮੁਤਾਬਿਕ ਅਮਰੀਕਾ ਵਿੱਚ ਪੜ੍ਹ ਰਹੇ ਕੁੱਲ ਇੰਟਰਨੈਸ਼ਨਲ ਸਟੂਡੈਂਟਸ ਦਾ 20% ਹਿੱਸਾ ਭਾਰਤੀ ਵਿਦਿਆਰਥੀ ਨੇ। ਪੈਟਰੀਸੀਆ ਨੇ ਦੱਸਿਆ ਕਿ ਨਵੀਂ ਦਿੱਲੀ ਵਿੱਚ ਸਥਿਤ ਅਮਰੀਕਾ ਦੀ ਅੰਬੈਸੀ ਸਮੇਤ ਚੇਨਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਦੇ ਵਿੱਚ ਸਥਿਤ 4 ਕੌਂਸਲੇਟਾਂ ਨੇ ਮਈ ਤੋਂ ਅਗਸਤ ਦੌਰਾਨ ਵਿਦਿਆਰਥੀ ਵੀਜ਼ਿਆਂ ਦੀਆਂ ਅਰਜ਼ੀਆਂ ਦਾ ਨਿਬੇੜਾ ਪਹਿਲ ਦੇ ਆਧਾਰ ਤੇ ਕੀਤਾ ਤਾਂ ਕਿ ਯੋਗ ਵਿਦਿਆਰਥੀ ਮਿੱਥੇ ਸਮੇਂ ਤੇ ਆਪਣੇ ਕੋਰਸਾਂ ਦੇ ਵਿੱਚ ਦਾਖਲਾ ਲੈ ਕੇ ਉੱਥੇ ਜਾ ਕੇ ਪੜ੍ਹਾਈ ਕਰ ਸਕਣ। ਖੇਡਾਂ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। 골ਡਨ ਬॉय ਨੀਰਜ ਚੋਪੜਾ ਨੇ ਇੱਕ ਹੋਰ 골ਡ ਜਿੱਤ ਲਿਆ ਹੈ। ਜੈਵਲਿਨ ਥਰੋ ਯਾਨੀ ਕਿ ਨੇਜਾ ਸੁੱਟਣ ਦੇ ਮੁਕਾਬਲੇ ਦੇ ਵਿੱਚ ਨੀਰਜ ਚੋਪੜਾ ਨੇ ਡਾਇਮੰਡ ਲੀਗ ਦਾ ਟਾਈਟਲ ਜਿੱਤ ਕੇ ਇੱਕ ਹੋਰ ਇਤਿਹਾਸਿਕ ਪ੍ਰਾਪਤੀ ਕੀਤੀ ਹੈ ਤੇ ਨੀਰਜ ਚੋਪੜਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ ਇਹ ਟਾਈਟਲ ਜਿੱਤਣ ਵਾਲਾ। ਨੀਰਜ ਚੋਪੜਾ ਨੂੰ ਬਹੁਤ-ਬਹੁਤ ਵਧਾਈਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਜਾਣਕਾਰੀ ਹੈ ਕਿਸਾਨਾਂ ਤੇ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ। ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਜੁੜਿਆ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਗੰਨਾ ਕਿਸਾਨਾਂ ਦੀ ਜਿਹੜੀ ਬਕਾਇਆ ਰਾਸ਼ੀ 75 ਕਰੋੜ ਸੀ ਉਹ ਵੀ ਜਾਰੀ ਕਰ ਦਿੱਤੀ ਹੈ। ਇੱਕ ਦਿਨ ਪਹਿਲਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਜਾਰੀ ਕਰ ਦਿੱਤੀਆਂ ਸਨ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸ਼ੂਗਰ ਫੈਡ ਨੂੰ 75 ਕਰੋੜ ਰੁਪਏ ਜਾਰੀ ਕੀਤੇ ਨੇ ਜਿਹੜੇ ਕਿ ਕਿਸਾਨਾਂ ਨੂੰ ਦੇ ਦਿੱਤੇ ਜਾਣਗੇ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਵਿੱਤੀ ਹਾਲਤ ਬਿਲਕੁਲ ਠੀਕ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਬਿਲਕੁਲ ਠੀਕ ਹੈ, ਖਜ਼ਾਨੇ 'ਚ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਖਜ਼ਾਨੇ ਵੱਲੋਂ 3,400 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਜਾਰੀ ਕੀਤੇ ਜਾਣ ਦੀ ਜਾਣਕਾਰੀ ਵੀ ਦਿੱਤੀ। ਤਨਖਾਹਾਂ ਤੇ GPF ਦੇ ਲਈ 2,719 ਕਰੋੜ ਰੁਪਏ, ਬਿਜਲੀ ਦੀ ਸਬਸਿਡੀ ਵਜੋਂ PSPCL ਨੂੰ ਅਦਾਇਗੀ ਦੇ ਲਈ 600 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਹਾਲਾਂਕਿ ਵਿੱਤ ਮੰਤਰੀ ਦੇ ਦਾਅਵਿਆਂ ਦੇ ਬਾਵਜੂਦ PRTs ਦੇ ਮੁਲਾਜ਼ਮਾਂ ਨੂੰ 8 ਸਤੰਬਰ ਤੱਕ ਵੀ ਤਨਖਾਹ ਨਹੀਂ ਮਿਲੀ ਸੀ, ਜਿਸ ਕਰਕੇ ਮੁਲਾਜ਼ਮ ਕਾਫੀ ਪਰੇਸ਼ਾਨ ਨੇ। ਮੁਲਾਜ਼ਮਾਂ ਨੇ ਦੱਸਿਆ ਕਿ ਪਹਿਲਾਂ ਤਾਂ ਤਨਖਾਹ 2 ਤਰੀਕ ਤੱਕ ਆ ਜਾਂਦੀ ਹੁੰਦੀ ਹੈ, ਪਰ ਇਸ ਵਾਰੀ 8 ਸਤੰਬਰ ਤੱਕ ਵੀ ਤਨਖਾਹ ਨਹੀਂ ਮਿਲੀ। ਜਿਹੜੀ ਜੁਲਾਈ ਮਹੀਨੇ ਦੀ ਤਨਖਾਹ ਸੀ ਉਹ ਵੀ 29 ਅਗਸਤ ਨੂੰ ਮਿਲੀ ਸੀ ਤੇ ਇਸ ਮਸਲੇ ਤੇ ਵਿਰੋਧੀ ਧਿਰਾਂ ਲਗਾਤਾਰ ਘੇਰ ਰਹੀਆਂ ਨੇ। ਕਾਂਗਰਸ ਦੇ MLA ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦਿੱਤੀ ਹੈ ਕਿ ਵਿਅਰਥ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਤੇ ਫਜ਼ੂਲ ਖਰਚਿਆਂ ਨੂੰ ਘਟਾ ਦਿਓ, ਤਨਖਾਹਾਂ ਦੇਣ ਦੇ ਵਿੱਚ ਕਦੇ ਲੇਟ ਨਹੀਂ ਹੋਵੋਗੇ। ਕਾਂਗਰਸ MLA ਤੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ, ਕੁਝ ਵੀ ਕੰਮ ਕਰਨ ਤੋਂ ਪਹਿਲਾਂ ਜੇਬ ਦੇਖਣੀ ਪੈਂਦੀ ਹੈ। 2017 ਤੋਂ 22 ਤੱਕ ਕਦੇ ਅਜਿਹਾ ਨਹੀਂ ਹੋਇਆ ਕਿ ਮੁਲਾਜ਼ਮਾਂ ਨੂੰ 7 ਤਰੀਕ ਤੱਕ ਤਨਖਾਹ ਨਾ ਮਿਲੀ ਹੋਵੇ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਵੀ ਮੁਲਾਜ਼ਮ ਧਰਨੇ ਲਾਉਂਦੇ ਰਹੇ ਨੇ ਜਦੋਂ 5-5 ਮਹੀਨੇ ਤੱਕ ਤਨਖਾਹਾਂ ਨਹੀਂ ਮਿਲਦੀਆਂ ਸਨ। ਇਸੇ ਦਰਮਿਆਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਵੀ ਦਾਅਵਾ ਕੀਤਾ ਹੈ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 21,000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ 'ਚ ਕੀਤਾ ਹੈ। ਇਸ ਨਿਵੇਸ਼ ਨਾਲ ਸੂਬੇ ਭਰ ਦੇ ਕਰੀਬ 93,000 ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਬਹੁਤ ਵੱਡੀ ਗਿਣਤੀ ਹੈ, ਪਰ ਸਰਕਾਰ ਦਾਅਵਾ ਕਰ ਰਹੀ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਬੜਾਵਾ ਦੇਣ ਦੇ ਲਈ ਤੇ ਹੋਰ ਨਿਵੇਸ਼ ਨੂੰ ਪੰਜਾਬ ਵੱਲ ਖਿੱਚਣ ਦੇ ਲਈ ਫਰਵਰੀ 2023 ਦੇ ਵਿੱਚ ਪੰਜਾਬ ਨਿਵੇਸ਼ ਕਾਨਫਰੰਸ ਆਯੋਜਿਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਕਾਨਫਰੰਸ ਦੇ ਵਿੱਚ ਦੇਸ਼ ਦੇ ਪ੍ਰਮੁੱਖ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਜਾਊਗਾ। ਬੁਲੇਟਿਨ ਦੇ ਵਿੱਚ ਹੁਣ ਤੁਹਾਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਵਾਪਰੀਆਂ 2 ਵੱਡੀਆਂ ਘਟਨਾਵਾਂ ਦੀ ਜਾਣਕਾਰੀ ਦਿੰਨੇ ਹਾਂ ਅਤੇ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਘਟਨਾ ਵਾਪਰੀ ਸੀ ਉਹਦਾ ਵੀ ਸੱਚ ਦੱਸਦੇ ਹਾਂ। ਥਾਣਾ B ਡਿਵੀਜ਼ਨ ਦੇ ਇਲਾਕੇ ਕੋਟ ਮਾਣਾ ਸਿੰਘ ਦੇ ਨੇੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ ਤੇ ਬੀੜੀ ਪੀਣ ਕਾਰਨ ਹੋਏ ਝਗੜੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਸਾਰੀ ਘਟਨਾ ਜਿਹੜੇ ਹੋਟਲ ਦੇ ਬਾਹਰ ਵਾਪਰੀ ਸੀ ਉਹ ਉਸ ਹੋਟਲ ਦੇ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਤੇ ਉਹਨਾਂ ਕੈਮਰਿਆਂ ਦੀ ਫੁਟੇਜ ਨੇ ਹੀ ਸਾਰੀ ਘਟਨਾ ਦਾ ਸੱਚ ਉਜਾਗਰ ਕੀਤਾ ਹੈ।
ਮ੍ਰਿਤਕ ਦੀ ਸ਼ਨਾਖਤ ਹਰਮਨਜੀਤ ਸਿੰਘ ਵਜੋਂ ਹੋਈ ਹੈ। 30 ਸਾਲ ਦੀ ਉਮਰ ਸੀ ਤੇ ਪਿੰਡ ਚਾਟੀਵਿੰਡ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਤੇ ਇੱਕ ਜਣੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਇਸ ਘਟਨਾ ਬਾਰੇ ਵੀਰਵਾਰ ਨੂੰ ਤਕਰੀਬਨ ਸਾਰੇ ਮੀਡੀਆ ਨੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਮੌਜੂਦ ਨੌਜਵਾਨਾਂ ਤੇ ਸਾਰਾ ਦੋਸ਼ ਮੜ ਦਿੱਤਾ, ਪਰ ਪੁਲਿਸ ਨੇ ਇਸ ਬਾਰੇ ਸਪਸ਼ਟ ਕੀਤਾ ਹੈ। ਪੁਲਿਸ ਮੁਤਾਬਕ ਰਾਤ ਲਗਭਗ 12 ਵਜੇ ਦੇ ਕਰੀਬ ਮ੍ਰਿਤਕ ਤੇ ਇੱਕ ਹੋਰ ਕਈਆਂਵਾਲਾ ਬਾਜ਼ਾਰ ਦੇ ਨੇੜੇ ਹੋਟਲ ਰਾਇਲ ਇਨ ਦੇ ਸਾਹਮਣੇ ਖੜੇ ਤੰਬਾਕੂ ਦੀ ਵਰਤੋਂ ਕਰ ਰਹੇ ਸੀ। ਉਹਨਾਂ ਦੀ ਦਾਰੂ ਵੀ ਪੀਤੀ ਹੋਈ ਸੀ। ਉਹਨਾਂ ਦਾ ਦੁਮਾਲੇ ਵਾਲੇ ਨੌਜਵਾਨਾਂ ਜਿਨ੍ਹਾਂ ਵਿੱਚੋਂ ਇੱਕ ਦੇ ਚੋਲਾ ਵੀ ਪਾਇਆ ਹੋਇਆ ਸੀ, ਇਹਨਾਂ ਦੋਵਾਂ ਦਾ ਤੰਬਾਕੂ ਦੀ ਵਰਤੋਂ ਨੂੰ ਲੈ ਕੇ ਤਕਰਾਰ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਦੇਖਣ ਤੋਂ ਪਤਾ ਲੱਗਦਾ ਹੈ ਕਿ ਹੱਥੋਂ ਪਾਈ ਵਿੱਚ ਇੱਕ ਵਾਰੀ ਤਾਂ ਮਰਨ ਵਾਲਾ ਦੋਵਾਂ ਤੇ ਭਾਰੂ ਪੈ ਜਾਂਦਾ, ਯਾਨੀ ਕਿ ਦੋ ਤਰ੍ਹਾਂ ਦੀ ਲੜਾਈ ਹੋਈ ਹੈ। ਇੱਕ ਤੰਬਾਕੂ ਦਾ ਸੇਵਨ ਕਰ ਰਿਹਾ ਸੀ ਤੇ ਦੂਸਰੇ ਹਟਾ ਰਹੇ ਸੀ, ਪਰ ਕਹਿੰਦੇ ਇਸ ਲੜਾਈ ਦੇ ਵਿੱਚ ਤੀਜਾ ਨੌਜਵਾਨ ਸ਼ਾਮਲ ਹੋ ਜਾਂਦਾ ਹੈ ਜੋ ਕਿ ਸਾਹਮਣੇ ਹੋਟਲ ਦੇ ਵਿੱਚ ਵੇਟਰ ਦਾ ਕੰਮ ਕਰਦਾ ਸੀ। ਉਹ ਮਰਨ ਵਾਲੇ ਦੇ ਗਲ ਤੇ ਵਾਰ ਕਰਦਾ ਹੈ, ਲੋਕ ਛਡਾਉਂਦੇ ਨੇ, ਮਰਨ ਵਾਲਾ ਵੀ ਉੱਠ ਕੇ ਤੁਰ ਜਾਂਦਾ ਹੈ, ਪਰ ਕੁਝ ਦੂਰੀ ਤੇ ਜਾ ਕੇ ਉਹ ਡਿੱਗ ਪੈਂਦਾ ਹੈ। ਸਾਰੀ ਰਾਤ ਉੱਥੇ ਹੀ ਪਿਆ ਰਹਿੰਦਾ ਹੈ। ਸਵੇਰੇ ਪੁਲਿਸ ਨੂੰ ਉਸਦੀ ਲਾਸ਼ ਮਿਲਦੀ ਹੈ ਤੇ ਸਾਰੀ ਰਾਤ ਉਸ ਜ਼ਖਮੀ ਨੌਜਵਾਨ ਨੂੰ ਕੋਈ ਵੀ ਨਹੀਂ ਚੁੱਕਦਾ, ਨਾ ਕੋਈ ਐਂਬੂਲੈਂਸ ਨੂੰ ਕਾਲ ਕਰਦਾ ਤੇ ਨਾ ਹੀ ਕੋਈ ਪੁਲਿਸ ਨੂੰ ਸੂਚਨਾ ਦਿੰਦਾ ਹੈ ਤੇ ਸਵੇਰ ਤੱਕ ਉਸ ਦੀ ਮੌਤ ਹੋ ਜਾਂਦੀ ਹੈ। ਪੁਲਿਸ ਦੇ ਵੱਲੋਂ ਹੁਣ ਵੇਟਰ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਵਾਲੀ ਥਾਂ ਜਿਹੜੀ ਹੈ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਲਗਭਗ 1.5 ਕਿਲੋਮੀਟਰ ਦੂਰੀ ਤੇ ਹੈ। ਕੰਨਾਂ ਵਾਲੇ ਬਾਜ਼ਾਰ ਵਾਲੇ ਪਾਸਿਓਂ ਜਦੋਂ ਜਾਈਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ, ਉਸ ਰਾਹ ਦੇ ਵਿੱਚ ਇਹ ਘਟਨਾ ਵਾਪਰੀ ਹੈ। ਇਹ ਪੁਲਿਸ ਨੇ ਸਾਰੀ ਜਿਹੜੀ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਸਾਰੀ ਸੱਚਾਈ ਘਟਨਾ ਦੀ ਦੱਸੀ ਹੈ। ਬੀਤੀ ਰਾਤ ਅੰਮ੍ਰਿਤਸਰ ਸਿਟੀ ਦੇ ਵਿੱਚ ਬੜੇ ਅਨਫੋਰਚੂਨੇਟ ਇਨਸੀਡੈਂਟ ਹੋਇਆ। ਕਈਆਂ ਵਾਲੇ ਬਾਜ਼ਾਰ ਦੇ ਲਾਗੇ ਇੱਕ ਵਿਅਕਤੀ ਹਰਮਨਜੀਤ ਮੌਜੂਦ ਸੀਗੇ, ਹੌਲੀਡੇ ਇਨ ਹੋਟਲ ਹੈਗਾ, ਉੱਥੇ ਉਹਨਾਂ ਦਾ ਬਹਿਸ ਹੋ ਗਈ ਦੋ ਵਿਅਕਤੀਆਂ ਦੇ ਨਾਲ ਜੋ ਐਲੀਗੇਸ਼ਨ ਲਗਾ ਰਹੇ ਸੀ ਉਹਨਾਂ ਤੇ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ, ਤੁਸੀਂ ਇੱਥੇ ਚੈਨੀ ਖਾ ਰਹੇ ਹੋ। ਬਹਿਸ ਬਸਾਈ ਆ, ਵੱਧਦੇ ਜ਼ਿਆਦਾ ਝਗੜਾ ਹੋ ਗਿਆ ਤੇ ਉਹ ਦੋ ਵਿਅਕਤੀ ਉਹਨਾਂ ਦੇ ਨਾਲ ਇੱਕ ਥਰਡ ਪਰਸਨ ਵੀ ਜੁਆਇਨ ਕਰ ਗਿਆ ਜਿਹੜਾ ਇਹ ਲਾਗੇ ਦੇ ਹੋਟਲ 'ਚ ਵੇਟਰ ਸੀ ਤੇ ਉਹਨਾਂ ਨੇ ਉਹਨੂੰ ਗਹਿਰੀਆਂ ਸੱਟਾਂ ਮਾਰਤੀਆਂ ਤੇ ਜਿਸ ਕਰਕੇ ਉਹ ਵਿਅਕਤੀ ਗਿਰ ਗਿਆ। ਰਾਤ ਭਰ ਡਿੱਗਿਆ ਰਿਹਾ ਤਾਂ ਉਹਦੀ ਐਕਸੈਸਿਵ ਬਲੀਡਿੰਗ ਦੇ ਨਾਲ ਡੈਥ ਹੋ ਗਈ ਤੇ ਪੁਲਿਸ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਪੁਲਿਸ ਨੇ FIR ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਲਈ ਤੇ ਇਸ ਪੂਰੀ ਘਟਨਾ ਦੇ ਵਿੱਚ ਹਾਲੇ ਤੱਕ ਕਿਸੇ ਵੀ ਨਿਹੰਗ ਜਥੇਬੰਦੀ ਦਾ ਨਾਮ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ। ਦੂਸਰੀ ਘਟਨਾ ਵੀ ਅੰਮ੍ਰਿਤਸਰ ਦੇ ਵਿੱਚ ਵਾਪਰਦੀ ਹੈ। ਇਹ ਵਿਦਿਆਰਥੀਆਂ ਦੇ ਡਰਾਮੇ ਨਾਲ ਜੁੜੀ ਹੋਈ ਘਟਨਾ ਹੈ। ਦਰਅਸਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਦੋਂ ਸਨਸਨੀ ਫੈਲ ਗਈ ਬੁੱਧਵਾਰ ਨੂੰ ਜਦੋਂ ਅੰਮ੍ਰਿਤਸਰ ਦੇ DAV ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਪਈਆਂ। ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ। ਪੁਲਿਸ ਨੂੰ ਵੀ ਭਾਜਣਾ ਪੈ ਗਈਆਂ। ਸਾਈਬਰ ਸੈੱਲ ਨੂੰ ਸ਼ਿਕਾਇਤ ਭੇਜੀ ਗਈ ਤੇ ਆਪਸੀ ਤਾਲਮੇਲ ਦੇ ਨਾਲ ਧਮਕੀ ਮਿਲਣ ਦਾ ਮਾਮਲਾ ਪੁਲਿਸ ਨੇ 2 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ। ਜਦਕਿ ਇਸ ਤੋਂ ਪਹਿਲਾਂ ਧਮਕੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੀ ਸੁਰੱਖਿਆ ਵੀ ਵਧਾ ਦਿੱਤੀ ਸੀ। ਵਾਇਰਲ ਮੈਸੇਜ ਦੀ ਜਾਂਚ ਵੀ ਆਰੰਭ ਦਿੱਤੀ ਸੀ ਤੇ ਜਾਂਚ ਦੇ ਵਿੱਚ ਜੋ ਵੀ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਹੈ। ਪਤਾ ਲੱਗਿਆ ਕਿ ਪੋਸਟ ਇਸੇ ਸਕੂਲ ਦੇ ਸਥਾਨਕ DAV ਸਕੂਲ ਦੇ 3 ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਮਕਸਦ ਸੀ ਕਿ ਸਕੂਲ ਦੇ ਵਿੱਚ ਛੁੱਟੀ ਹੋ ਜੂ। ਪਹਿਲਾਂ ਇੰਸਟਾਗ੍ਰਾਮ ਤੇ ਇੱਕ ਮੈਸੇਜ ਵਾਇਰਲ ਹੋਇਆ ਜਿਹਦੇ ਵਿੱਚ 8 ਸਤੰਬਰ ਨੂੰ ਸਕੂਲ ਦੇ ਬਾਹਰ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ। ਉਸ ਤੋਂ ਬਾਅਦ ਇੱਕ WhatsApp ਮੈਸੇਜ ਵਾਇਰਲ ਹੋਇਆ ਜਿਸ ਦੇ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਤੇ ਇਸ ਪੋਸਟ ਦੇ ਵਿੱਚ ਅੰਗਰੇਜ਼ੀ ਦੇ ਨਾਲ ਉਰਦੂ ਭਾਸ਼ਾ ਵੀ ਵਰਤੀ ਗਈ। ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਪਾਕਿਸਤਾਨ ਦਾ ਝੰਡਾ ਵੀ ਦਿਖਾਇਆ ਗਿਆ ਜਿਸ ਕਰਕੇ ਸਕੂਲ ਅਤੇ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੋਸਟ ਦਾ IP ਐਡਰੈਸ ਜਦੋਂ ਜਾਂਚਿਆ ਤਾਂ ਉਹ ਸ਼ੇਰਟਾ ਦਾ ਪਾਇਆ ਗਿਆ ਜੋ ਕਿ ਸਕੂਲ ਦੇ ਹੀ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਦਾ ਸੀ। ਪੁਲਿਸ ਨੇ ਬੱਚਿਆਂ ਨੂੰ ਨਾਬਾਲਿਗ ਹੋਣ ਕਰਕੇ ਗ੍ਰਿਫਤਾਰ ਤਾਂ ਨਹੀਂ ਕੀਤਾ ਪਰ ਸਕੂਲ ਦੇ ਵੱਲੋਂ ਕੋਈ ਕਾਰਵਾਈ ਜ਼ਰੂਰ ਕੀਤੀ ਜਾ ਸਕਦੀ ਹੈ। ਪੁਲਿਸ ਮੁਤਾਬਕ ਤਿੰਨੇ ਵਿਦਿਆਰਥੀ ਸਕੂਲ ਦੇ 9ਵੀਂ ਜਮਾਤ ਵਿੱਚ ਪੜ੍ਹਦੇ ਨੇ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਕੁਝ ਸਮੇਂ ਦੇ ਵਿੱਚ ਸੁਲਝਾ ਲਿਆ ਗਿਆ ਪਰ ਵਿਦਿਆਰਥੀਆਂ ਦੀ ਨਿੱਕੀ ਉਮਰ ਹੋਣ ਕਰਕੇ ਸਾਰੀ ਕਾਰਵਾਈ ਸਕੂਲ ਦੇ ਪ੍ਰਿੰਸੀਪਲ ਤੇ ਛੱਡ ਦਿੱਤੀ ਗਈ ਹੈ। ਜੇ ਸਕੂਲ ਪ੍ਰਿੰਸੀਪਲ ਹੁਣ ਪੁਲਿਸ ਥਾਣੇ ਸ਼ਿਕਾਇਤ ਕਰਨਗੇ ਤਾਂ ਇਸ ਮਸਲੇ ਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ, ਨਹੀਂ ਤਾਂ ਪੁਲਿਸ ਨੇ ਇਹ ਮਾਮਲਾ ਸੁਲਝਾ ਕੇ ਛੱਡ ਦਿੱਤਾ ਹੈ ਕਿਉਂਕਿ ਵਿਦਿਆਰਥੀ ਇਹਦੇ ਵਿੱਚ ਜਿਹੜੇ ਹੈਗੇ ਨੇ ਉਹ ਮੁਲਜ਼ਮ ਨੇ। ਇਸ ਸੰਬੰਧ ਵਿੱਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਫੇਸਬੁੱਕ ਪੋਸਟ ਪਾ ਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਕਿ DAV ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਦੇ ਵਿੱਚ ਸਭ ਕੁਝ ਆਮ ਵਾਂਗ ਹੈ, ਇਹ ਸਿਰਫ ਇੱਕ ਅਫਵਾਹ ਸੀ। ਬੱਚਿਆਂ ਦੀ ਏਜ ਨੂੰ ਦੇਖਦੇ ਹੋਏ ਅਸੀਂ ਪ੍ਰਿੰਸੀਪਲ ਸਾਹਿਬ ਤੇ ਛੱਡਿਆ ਵੀ ਇਹਨਾਂ ਤੇ ਕੀ ਕਾਰਵਾਈ ਕਰਾਉਣੀ। ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਦੱਸਤਾ ਗਿਆ ਵੀ ਤੁਹਾਡੇ ਬੱਚਿਆਂ ਨੇ ਗਲਤੀ ਕੀਤੀ।
ਸਰ ਜੇ ਸਕੂਲ ਮੈਨੇਜਮੈਂਟ ਚਾਹੁੰਦੀ ਹੈ ਕੋਈ ਕਾਰਵਾਈ, ਤੁਸੀਂ ਗੱਲ ਕੀਤੀ ਬੜੀ ਵਧੀਆ ਕਿ ਬੱਚਿਆਂ ਦੀ ਉਮਰ ਛੋਟੀ ਹੈ, ਕੋਈ ਕਾਰਵਾਈ ਨਹੀਂ। ਜੇਕਰ ਸਕੂਲ ਮੈਨੇਜਮੈਂਟ ਚਾਹੁੰਦੀ ਹੈ ਜੀ ਕਿ ਲੀਗਲੀ ਐਕਸ਼ਨ ਹੋਣਾ ਚਾਹੀਦਾ ਤਾਂ ਫਿਰ ਤੁਸੀਂ ਲੀਗਲੀ ਐਕਸ਼ਨ ਲਿਓਗੇ? ਮੈਂ ਇਹ ਨਹੀਂ ਕਿਹਾ ਕਿ ਅਸੀਂ ਕਾਰਵਾਈ ਨਹੀਂ ਕਰਾਂਗੇ, ਮੈਂ ਕਿਹਾ ਅਸੀਂ ਸਕੂਲ ਤੇ ਛੱਡਿਆ ਜੀ। ਜੇ ਸਕੂਲ ਕਹਿੰਦਾ ਸਰ ਤੇ ਫਿਰ ਕਾਰਵਾਈ ਕਰੋਗੇ? ਐਜ਼ ਪਰ ਲਾਅ ਹੋਏਗੀ, ਐਜ਼ ਪਰ ਲਾਅ ਤਾਂ ਕਾਨੂੰਨ ਤਾਂ ਸਾਰਿਆਂ ਲਈ ਹੈ, ਬਟ ਫਿਰ ਮੈਂ ਇਹੀ ਦੱਸਦਾ ਕਿ ਗਲਤੀਆਂ ਅਸੀਂ ਸਾਰੇ ਕਰਦੇ ਹਾਂ ਤੇ ਸਟੂਡੈਂਟਸ ਹੈ, ਬੱਚੇ ਹੈ, ਤਾਂ ਇਹ ਉਹਨਾਂ ਤੇ ਜਿਹੜੇ ਟੀਚਰਸ ਹੈ, ਪ੍ਰਿੰਸੀਪਲ ਹੈ, ਜਿਨ੍ਹਾਂ ਨੂੰ ਉਹਨਾਂ ਨੇ ਥ੍ਰੈਟ ਕਰਿਆ, ਉਹਨਾਂ ਵੱਲੋਂ ਕੋਈ ਕੰਪਲੇਂਟ ਆਉਂਦੀ ਹੈ ਫਿਰ ਅਸੀਂ ਐਕਸ਼ਨ ਲਵਾਂਗੇ। ਸਰ ਵੈਸੇ ਇਹਨਾਂ ਦੱਸਿਆ ਬੱਚਿਆਂ ਨੇ ਥ੍ਰੈਟ ਹੈਗਾ ਉਹ ਜਿਹੜੀ ਸੀਮਾ ਦੇ ਉੱਤੇ ਕੀਤਾ ਗਿਆ ਸਰ ਉਹਨਾਂ ਦੇ ਕਾਰਵਾਈ ਮੈਂ ਹੀ ਕਿਹਾ ਨਾ, ਵੀ ਆਰ ਵੇਟਿੰਗ ਫॉर ਰਿਸਪੌਂਸ। ਸਰ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਬੱਚਿਆਂ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਕੋਈ ਵਿਵਾਦ ਸੀ ਜਾਂ ਕੋਈ ਪਰਸਨਲ ਸੀ, ਛੁੱਟੀ ਦਾ ਕੋਈ ਕਾਰਨ ਛੁੱਟੀ ਦਾ ਸ਼ਰਾਰਤ ਮੋਟਿਵਲੈਸ? ਹਾਂ, ਸ਼ਰਾਰਤ ਸੀਗਾ ਬੱਚਿਆਂ ਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਹਰਿਆਣਾ ਤੇ ਹਿਮਾਚਲ ਚੋਣਾਂ ਦੇ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ। ਦੋਵੇਂ ਮੁੱਖ ਮੰਤਰੀਆਂ ਨੇ ਹਰਿਆਣਾ ਦੀ ਆਦਮਪੁਰ ਫੇਰੀ ਕੀਤੀ। ਇਸ ਦੌਰਾਨ ਹਰਿਆਣਾ ਵਾਸੀਆਂ ਨੂੰ ਉਹਨਾਂ ਨੇ ਹਿੰਦੀ ਦੇ ਵਿੱਚ, ਖਾਸ ਕਰਕੇ ਭਗਵੰਤ ਸਿੰਘ ਮਾਨ ਨੇ ਹਿੰਦੀ ਦੇ ਵਿੱਚ ਤਕਰੀਰ ਦਿੱਤੀ ਤੇ ਸਭ ਨੂੰ ਕੀਲ ਲਿਆ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਤੇ ਜੰਮ ਕੇ ਤਿੱਖੇ ਨਿਸ਼ਾਨੇ ਸਾਧੇ ਅਤੇ ਦੋਵੇਂ ਲੀਡਰਾਂ ਨੇ ਹਰਿਆਣਾ ਵਾਸੀਆਂ ਨੂੰ ਕਿਹਾ ਕਿ ਹਰਿਆਣਾ ਵਿੱਚ ईमानदारी दा असीं दही जमा देंगे, सानू ऐतकी वोटां पा दिओ। वो बटन ना तो हाथ के पंजे का है, वो बटन ना ही हाथी का है, वो बटन ना कमल के फूल का है, वो बटन ना किसी ऐनक का या चप्पल का है, वो बटन ना ही झाड़ू का है, वो बटन आपके बच्चों की अच्छी शिक्षा का बटन है, वो बटन आपके बुजुर्गों की अच्छी स्वास्थ्य का बटन है, वो बटन आपको मिलने वाली सस्ती बिजली का बटन है, वो बटन महिलाओं के लिए 1000 रुपए पर मंथ 18 साल से ऊपर उनको मुआवजा मान सम्मान का बटन है, वो बटन व्यापारियों को यहाँ हरियाणा में काम करने के लिए उत्साहित करने का बटन है। वो किसी पार्टी का बटन नहीं है, ठेका नहीं ले रखा इन्होंने कि हमें यही दबाना है। जब ये बदल जाते हैं तुम बदल जाओ, इसमें क्या है? तो आदमपुर वालों, अभी आपके पास एक मौका आया है इनको सबक सिखाने का। इन्होंने क्या समझ रखा है जनता को? पंजाबी में कहावत है, कदे मर जा चिड़िए कदे ज्यों जा चिड़िए। पब्लिक को ऐसे समझ रखा है, 5 साल इधर ले गए, 5 साल इधर ले गए, हम जब मर्जी इस्तीफा दे दें, हम दोबारा दूसरी पार्टी से आएंगे, लोगों का क्या है? ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੋਵੇਂ ਲੀਡਰਾਂ ਦੀ ਆਦਮਪੁਰ ਹਰਿਆਣਾ ਫੇਰੀ ਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਇਸ ਫੇਰੀ ਦੇ ਦੌਰਾਨ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਦੋਵੇਂ ਆਪ ਲੀਡਰ ਸੁਸ਼ੀਲ ਗੁਪਤਾ ਦੇ ਨਾਲ ਗੱਡੀ ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਇਹ ਉਹੀ ਸੁਸ਼ੀਲ ਗੁਪਤਾ ਹੈ ਜਿਸ ਨੇ 19 ਅਪ੍ਰੈਲ ਨੂੰ ਹਰਿਆਣਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਹਰਿਆਣਾ ਦੇ ਵਿੱਚ ਆਪ ਦੀ ਸਰਕਾਰ ਬਣ ਤੇ ਉਹ ਪੰਜਾਬ ਤੋਂ SYL ਦਾ ਪਾਣੀ ਲੈ ਕੇ ਦੇਣਗੇ ਤੇ ਉਹਨਾਂ ਨੇ ਮੁੱਖ ਮੰਤਰੀ ਕੋਲੋਂ ਸਪਸ਼ਟੀਕਰਨ ਮੰਗਿਆ ਸੀ ਤੇ ਉਹ ਉਦੋਂ ਵੀ ਚੁੱਪ ਰਹੇ ਸੀ ਤੇ ਹੁਣ ਫਿਰ ਉਹਨਾਂ ਨੂੰ ਸਪਸ਼ਟ ਕਰਨਾ ਪਏਗਾ ਕਿ SYL ਤੇ ਉਹਨਾਂ ਦਾ ਸਪਸ਼ਟੀਕਰਨ ਕੀ ਹੈ। ਔਰ ਉਹਨਾਂ ਦੇ ਨਾਲ ਹਰਿਆਣੇ ਦੇ ਇੰਚਾਰਜ ਪਾਰਲੀਮੈਂਟ ਦੇ ਮੈਂਬਰ ਸੁਸ਼ੀਲ ਗੁਪਤਾ ਜੀ ਹੈ, ਉਹ ਵੀ ਉਹਨਾਂ ਦੇ ਨਾਲ ਗੱਡੀ 'ਚ ਖੜੇ ਆ ਔਰ ਕੇਜਰੀਵਾਲ ਸਾਹਿਬ ਵੀ ਖੜੇ ਆ। ਇਹ ਉਹ ਗੁਪਤਾ ਸਾਹਿਬ ਹੈ ਜਿਨ੍ਹਾਂ ਨੇ 19 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਿਸ ਦਿਨ ਹਰਿਆਣੇ ਦੇ ਵਿੱਚ ਆਪ ਦੀ ਸਰਕਾਰ ਬਣੀ, ਮੈਂ ਗਰੰਟੀ ਦਿੰਦਾ ਕਿ SYL ਦਾ ਪਾਣੀ ਉਸ ਦਿਨ ਹਰਿਆਣੇ ਨੂੰ SYL ਦੇ ਰਾਹੀਂ ਮਿਲੇਗਾ। ਅਸੀਂ ਉਸ ਦਿਨ ਵੀ ਪੁੱਛਿਆ ਸੀ ਭਗਵੰਤ ਮਾਨ ਜੀ ਨੂੰ ਕਿ ਇਹ ਜੋ ਕਹਿ ਰਿਹਾ ਹੈ ਇਹ ਕੇਜਰੀਵਾਲ ਦੇ ਬਿਹਾਫ ਤੇ ਕਹਿ ਰਿਹਾ ਕਿ ਤੁਹਾਡੀ ਇਹਦੇ ਨਾਲ ਸਹਿਮਤੀ ਹੈ, ਪਰ ਭਗਵੰਤ ਮਾਨ ਜੀ ਨੇ ਜਵਾਬ ਨਹੀਂ ਦਿੱਤਾ ਸੀ। ਪਰ ਅੱਜ ਭਗਵੰਤ ਮਾਨ ਜੀ ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਕੇਜਰੀਵਾਲ ਦੇ ਨਾਲ ਰਲ ਕੇ ਉਹਦੀ ਗਰੰਟੀ ਨੂੰ ਪੂਰਾ ਕਰਨ ਵਾਸਤੇ ਗਏ ਸੀ? ਕੀ ਇਹ ਪੰਜਾਬ ਦੀ ਜਨਤਾ ਦੇ ਨਾਲ ਤੁਸੀਂ ਧੋਖਾ ਨਹੀਂ ਕਰ ਰਹੇ ਕਿ ਜਿਹੜੀ ਗਰੰਟੀ ਉਹ ਹਰਿਆਣੇ ਦੇ ਲੋਕਾਂ ਨੂੰ ਦੇ ਰਿਹਾ, ਤੁਸੀਂ ਉਹਦੇ ਨਾਲ ਚੋਣ ਪ੍ਰਚਾਰ 'ਚ ਖੜ ਕੇ ਤੇ ਹਰਿਆਣੇ ਦੇ ਲੋਕਾਂ ਨੂੰ ਸਹਿਮਤੀ ਦੇ ਰਹੇ ਹੋ? ਪੰਜਾਬ ਦੀ ਜਨਤਾ ਤੁਹਾਨੂੰ ਮਾਫ ਨਹੀਂ ਕਰੇਗੀ। ਮੈਂ
ਉਮੀਦ ਕਰਦਾ ਕਿ ਤੁਸੀਂ ਇਹਦੇ ਬਾਰੇ ਸਪਸ਼ਟੀਕਰਨ ਜ਼ਰੂਰ ਦਿਓ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਜ਼ਦ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਥਾਣਾ ਸਦਰ ਖਰੜ ਪੁਲਿਸ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਤੇ 4 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਤੇ ਬਿਸ਼ਨੋਈ ਨੂੰ ਭੇਜ ਦਿੱਤਾ ਗਿਆ ਹੈ। ਬਾਅਦ ਦੁਪਹਿਰ ਮੋਹਾਲੀ ਪੁਲਿਸ ਦੇ ਵੱਲੋਂ ਭਾਰੀ ਸੁਰੱਖਿਆ ਹੇਠ ਉਸ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਨਾਲਾਗੜ੍ਹ ਫਾਇਰਿੰਗ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਈ ਅਹਿਮ ਖੁਲਾਸੇ ਕੀਤੇ ਨੇ। ਸੈੱਲ ਦੇ ਮੁਖੀ ਐਚ.ਐਸ. ਧਾਲੀਵਾਲ ਨੇ ਦੱਸਿਆ ਕਿ ਬੰਬੀਹਾ ਗੈਂਗ ਨਾਲ ਸੰਬੰਧ ਰੱਖਣ ਵਾਲੇ ਗੈਂਗਸਟਰ ਸੰਨੀ ਲੈਫਟੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਦੋਂ ਵਾਪਸ ਪੁਲਿਸ ਵੈਨ ਦੇ ਵਿੱਚ ਬਿਠਾਉਣ ਲਈ ਬਾਹਰ ਲਿਆਂਦਾ ਗਿਆ ਤਾਂ 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ 5 ਦੇ ਕਰੀਬ ਗੈਂਗਸਟਰਾਂ ਨੇ ਉਸ ਨੂੰ ਪੁਲਿਸ ਦੀ ਗ੍ਰਿਫਤ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰਿੰਗ ਕਰ ਦਿੱਤੀ। ਅਦਾਲਤ ਵਿੱਚ ਪੇਸ਼ੀ ਦੌਰਾਨ ਸਨੀ ਲੈਫਟੀ ਨੂੰ ਛੁਡਾਉਣ ਆਏ ਗੈਂਗਸਟਰਾਂ ਨੇ ਕੋਡ ਵਰਡ ਰਾਹੀਂ ਉਸ ਨੂੰ ਸਮਝਾਉਣਾ ਚਾਹਿਆ ਪਰ ਗੈਂਗਸਟਰ ਸਨੀ ਨੂੰ ਉਹਨਾਂ ਦੀ ਪਛਾਣ ਨਹੀਂ ਸੀ, ਇਸ ਕਰਕੇ ਸਮਝ ਨਹੀਂ ਸਕਿਆ ਤੇ ਉਹਨਾਂ ਨੂੰ ਆਪਸ ਦੇ ਵਿੱਚ ਹੀ ਗਲਤਫਹਿਮੀ ਹੋ ਗਈ। ਸਨੀ ਨੂੰ ਲੱਗਿਆ ਕਿ ਮੇਰੇ ਤੇ ਗੋਲੀਆਂ ਚਲਾ ਰਹੇ ਨੇ ਤੇ ਉਹਨਾਂ ਤੋਂ ਡਰਦਾ ਮਾਰਿਆ ਉਹ ਖੁਦ ਹੀ ਅਦਾਲਤ ਵੱਲ ਨੂੰ ਭੱਜ ਗਿਆ। ਪੁਲਿਸ ਨੇ ਤੇਜ਼ੀ ਦੇ ਨਾਲ ਕਾਰਵਾਈ ਕਰਦਿਆਂ ਸਿੱਧੂ ਵਾਲੇ ਕੇਸ ਦੀ ਤਰਜ਼ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਤੇ ਪੰਜਾਬ ਮੋਡਿਊਲ ਬਣਾਏ ਅਤੇ ਕੈਥਲ ਵਾਸੀ 2 ਸ਼ਾਰਪ ਸ਼ੂਟਰਾਂ ਵਿੱਕੀ ਤੇ ਵਕੀਲ ਨੂੰ ਗ੍ਰਿਫਤਾਰ ਕੀਤਾ ਗਿਆ। ਵਕੀਲ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ। ਪੰਜਾਬ ਨਾਲ ਸੰਬੰਧਿਤ 2 ਸਾਥੀ ਪ੍ਰਗਟ ਸਿੰਘ ਤੇ ਗੁਰਜੰਟ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਸਾਰਿਆਂ ਨੂੰ ਹਥਿਆਰ ਦੇਣ ਵਾਲੇ ਵਿਅਕਤੀ ਅਜੇ ਮੈਂਟਲ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇੱਕ ਸਾਥੀ ਗਗਨਦੀਪ ਸ਼ਰਮਾ ਵਾਸੀ ਫਿਰੋਜ਼ਪੁਰ ਨੂੰ ਵੀ यूएपीए ਦੇ ਅਧੀਨ ਗ੍ਰਿਫਤਾਰ ਕੀਤਾ ਗਿਆ। ਉਸ ਦੀ ਗੱਡੀ ਵਿੱਚੋਂ हैंड ग्रेनेड मिला। तो ये अजय सनी लेफ्टी को जब कोर्ट में पेश करने के बाद बाहर इसको जेल वैन में बिठाया जाना था तो उसी दौरान 4 लोग आए जो कि 2 बाइक्स पे थे। इन्होंने फायरिंग करी। इसके साथ काफ़ी बड़ा 5 लोगों का आर्म्ड एस्कॉर्ट्स था, बड़ा वेपन था, पिस्टल्स थे। उसके बावजूद इन्होंने बड़ी ऑडेशियस अटेम्प्ट करी इसको छुड़वाने की, लेकिन क्योंकि फायरिंग हुई काफ़ी वहाँ पैनिक मैली हुई और इनकी आपस में थोड़ी कम्युनिकेशन ब्रेकडाउन हुई क्योंकि जो शूटर थे ये नए थे। तो इस कन्फ्यूजन में ये डर गया और ये अंदर कोर्ट में भाग गया। तो इनसे वारदात में जो यूज़ हुआ बाइक मिल गया है, वेपन मिल गए हैं, चारों जो मौके पे गए थे शूटर और एसोसिएट वो मिल गए हैं, जिन्होंने इनको इकट्ठा किया वो मिल गया, जिसने वेपन दिए वो भी मिल गया है। तो अभी तक की जो तमाम कार्रवाई हुई है उसमें हमारी काउंटर इंटेलिजेंस टीम अंडर डीसीपी मनीषी चंद्रा और एसीपी राहुल विक्रम और बाकी सारी टीम ने बहुत अच्छा काम किया है। पंजाब पुलिस ਨੂੰ ਵੀ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਛੇੜੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ। ਕਰਨਾਲ ਆਈਡੀ ਕੇਸ ਦਾ ਮਾਸਟਰਮਾਈਂਡ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ। ਇਸ ਕੇਸ ਦੇ ਵਿੱਚ ਮੁਲਜ਼ਮ ਨਛੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਕੋਲੋਂ 1.5 ਕਿਲੋ ਆਰਡੀਐਕਸ ਤੇ 2 ਪਿਸਤੌਲਾਂ ਵੀ ਬਰਾਮਦ ਹੋਈਆਂ ਨੇ। ਸਾਜ਼ਿਸ਼ ਨੂੰ ਵੀ ਲਖਵੀਰ ਲੰਡਾ ਤੇ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਰਿੰਦਾ ਨੇ ਰਚਿਆ ਸੀ, ਇਹ ਪੁਲਿਸ ਨੇ ਦਾਅਵਾ ਕੀਤਾ ਹੈ। ਪੁਸ਼ਟੀ ਡੀਆਈਜੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਕੀਤੀ ਹੈ। पंजाब पुलिस ने आज एक बहुत ਵੱਡਾ ਟੈਰਰ ਮੋਡਿਊਲ ਜਿਹੜਾ ਆਈਐਸਆਈ ਬੈਕਡ ਸੀਗਾ ਬਸਟ ਕੀਤਾ ਹੈ ਵਿਦ ਦ ਅਰੈਸਟ ਆਫ 3 ਪਰਸਨਸ, ਜਿਸ ਦਾ ਮੇਨ ਪਰਪੈਟਰੇਟਰ ਲਖਵੀਰ ਸਿੰਘ ਲੰਡਾ ਬਾਹਰੋਂ ਉਸ ਨੂੰ ਕੰਟਰੋਲ ਕਰ ਰਿਹਾ ਸੀ ਤੇ ਹਰਵਿੰਦਰ ਰਿੰਦਾ ਜਿਹੜਾ ਪਾਕਿਸਤਾਨ ਬੇਸਡ ਟੈਰਰਿਸਟ ਹੈਗਾ ਤਾਰਾ ਉਸ ਦੇ ਨਾਲ ਜੁੜਿਆ ਸੀ। ਅਸੀਂ ਨਛੱਤਰ ਸਿੰਘ ਨੂੰ ਅਰੈਸਟ ਕੀਤਾ ਹੈ along with 1.5 kg RDX IED, 2 pistols and 2 associates। ਇਨਵੈਸਟੀਗੇਸ਼ਨਸ ਤੋਂ ਪਤਾ ਲੱਗਿਆ ਹੈ ਕਿ ਜਿਹੜੀ ਹਰਿਆਣਾ ਪੁਲਿਸ ਨੇ 4 ਅਗਸਤ ਨੂੰ ਕੁਰੂਸ਼ੇਤਰਾ ਦੇ ਵਿੱਚ ਸ਼ਾਹਾਬਾਦ ਏਰੀਆ 'ਚ IED ਰਿਕਵਰ ਕੀਤੀ ਸੀ, ਉਸ ਦੇ ਵਿੱਚ ਨਛੱਤਰ ਸਿੰਘ ਦਾ ਇੰਪੋਰਟੈਂਟ ਰੋਲ ਸੀ ਤੇ ਉਹ ਹਰਿਆਣਾ ਪੁਲਿਸ ਦੀ STF ਨੂੰ ਵਾਂਟਡ ਸੀਗਾ। ਇਸ ਨੂੰ ਇੱਕ ਸਾਇੰਟਿਫਿਕ ਤਰੀਕੇ ਤੋਂ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਨੇ ਇਹ ਮੋਡਿਊਲ ਬਸਟ ਕੀਤਾ ਹੈ। ਇਸ ਦੇ ਤਕਰੀਬਨ 25 ਦੇ ਕਰੀਬ ਜਿਹੜੇ ਆਪਰੇਟਿਵ ਸੀਗੇ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ। ਸੋ ਇੱਕ ਮੇਜਰ ਟੈਰਰ ਨੈਟਵਰਕ ਅੱਜ ਧਵਸਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਹਰਿਆਣਾ ਤੇ ਹਿਮਾਚਲ ਦੇ ਵਿੱਚ ਧੜਾਧੜ ਚੋਣ ਰੈਲੀਆਂ ਕਰ ਰਹੇ ਨੇ, ਉੱਥੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਦਾ ਘੇਰਾ ਪੈ ਰਿਹਾ ਹੈ। ਈਡੀ ਦੇ ਵੱਲੋਂ ਗੱਜਣ ਮਾਜਰਾ ਦੇ ਘਰ ਤੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਗੱਜਣ ਮਾਜਰਾ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਨੇ। ਇਹਨਾਂ ਦੀਆਂ 6 ਲੋਕੇਸ਼ਨਾਂ ਤੇ ਈਡੀ ਨੇ ਰੇਡ ਮਾਰੀ ਹੈ, ਇਹ ਜਾਣਕਾਰੀ ਮਿਲੀ ਹੈ। ਉਧਰ ਐਨਆਈਏ ਨੇ ਪਟਨਾ ਦੇ ਫੁਲਵਾੜੀ ਸ਼ਰੀਫ ਤੋਂ ਸਾਹਮਣੇ ਆਏ ਪੀਐਫਆਈ ਕਨੈਕਸ਼ਨ ਨੂੰ ਲੈ ਕੇ ਵੀਰਵਾਰ ਨੂੰ ਬਿਹਾਰ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਐਨਆਈਏ 9 ਜ਼ਿਲ੍ਹਿਆਂ ਦੇ ਵਿੱਚ 13 ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ। ਇਸ ਵਿੱਚ ਪਟਨਾ ਦੇ ਫੁਲਵਾੜੀ ਸ਼ਰੀਫ ਤੋਂ ਇਲਾਵਾ ਵੈਸ਼ਾਲੀ, ਮਧੂਬਨੀ, ਛਪਰਾ, ਅਰਰੀਆ, ਔਰੰਗਾਬਾਦ, ਕਿਸ਼ਨਗੰਜ, ਨਾਲੰਦਾ ਤੇ ਜਹਾਨਾਬਾਦ ਸ਼ਾਮਲ ਨੇ। ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੀਡੀਆ ਨੂੰ ਆਉਣ ਨਹੀਂ ਦਿੱਤਾ ਜਾਊਗਾ। ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਫਰਮਾਨ ਜਾਰੀ ਕਰ ਦਿੱਤੇ ਨੇ। ਵੱਖ-ਵੱਖ ਥਾਵਾਂ ਤੇ ਨੋਟਿਸ ਲਾ ਦਿੱਤੇ ਨੇ ਕਿ ਇੱਥੇ ਮੀਡੀਆ ਕਰਮੀ ਆ ਕੇ ਕਵਰੇਜ ਨਹੀਂ ਕਰ ਸਕਦੇ। ਇਹ ਫਰਮਾਨ ਕਿਉਂ ਜਾਰੀ ਕੀਤੇ ਗਏ ਨੇ, ਇਸ ਬਾਰੇ ਸਿਹਤ ਅਧਿਕਾਰੀਆਂ
ਆਈਆਂ ਨੇ ਹਾਲ ਦੀ ਘੜੀ ਚੁੱਪੀ ਧਾਰ ਰੱਖੀ। ਹਾਲਾਂਕਿ ਗੁਰਦਾਸਪੁਰ ਦੇ ਸਿਵਲ ਸਰਜਨ ਨੇ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਹੈ, ਜਾਂਚ ਕਰਾਂਗੇ ਤੇ ਬਿਲਕੁਲ ਮੀਡੀਆ ਸਾਡੀ ਮਦਦ ਕਰਦਾ ਹੈ ਬਹੁਤ ਥਾਵਾਂ ਤੇ, ਜੇਕਰ ਅਜਿਹਾ ਹੋਇਆ ਤਾਂ ਨੋਟਿਸ ਹਟਾਏ ਜਾਣਗੇ। ਐਨਟੀਏ ਨੇ ਨੀਟ ਦਾ ਨਤੀਜਾ ਐਲਾਨ ਦਿੱਤਾ ਹੈ। 17 ਜੁਲਾਈ ਨੂੰ ਨੀਟ ਦਾ ਟੈਸਟ ਲਿਆ ਗਿਆ ਸੀ। ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ 720 ਦੇ ਵਿੱਚੋਂ 710 ਅੰਕ ਲੈ ਕੇ ਪੰਜਾਬ ਭਰ ਚੋਂ ਟੌਪ ਕੀਤਾ, ਜਦਕਿ ਉਸ ਦਾ ਆਲ ਇੰਡੀਆ ਰੈਂਕ 7ਵਾਂ ਹੈ। ਇਸ ਪ੍ਰੀਖਿਆ ਦੇ ਵਿੱਚ 18,72,000 ਵਿਦਿਆਰਥੀ ਬੈਠੇ ਸੀ ਇਸ ਸਾਲ ਤੇ ਵਿਦਿਆਰਥੀ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਤੇ ਮਰਹੂਮ ਪਿਤਾ ਤੋਂ ਇਲਾਵਾ ਆਪਣੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਤੇ ਪ੍ਰਤੀਬੱਧਤਾ ਨੂੰ ਦਿੱਤਾ ਹੈ। ਡਾਕਟਰ ਬਣਨ ਦਾ ਟੀਚਾ ਹੈ ਅਰਪਿਤ ਦਾ। ਤੇ ਇਸ ਪ੍ਰੀਖਿਆ ਦੇ ਵਿੱਚ ਟੌਪ ਕੀਤਾ ਹੈ ਤਨਿਸ਼ਕਾ ਨੇ। ਤਨਿਸ਼ਕਾ ਹਰਿਆਣਾ ਦੇ ਨਾਰਨੌਲ ਦੇ ਮਿਰਜ਼ਾਪੁਰ ਬਛੋਦ ਪਿੰਡ ਦੀ ਧੀ ਹੈ ਤੇ ਉਸਨੇ 720 ਵਿੱਚੋਂ 715 ਅੰਕ ਲੈ ਕੇ ਆਪਣੇ ਪਿੰਡ ਦਾ, ਆਪਣੇ ਸ਼ਹਿਰ ਦਾ, ਆਪਣੇ ਸੂਬੇ ਦਾ ਤੇ ਆਪਣੇ ਮੁਲਕ ਦਾ ਨਾਮ ਰੌਸ਼ਨ ਕੀਤਾ ਹੈ। ਦਿੱਲੀ ਦਾ ਵਤਸ ਬੱਤਰਾ ਤੇ ਕਰਨਾਟਕਾ ਦਾ ਰਿਸ਼ਕੇਸ਼ ਗਾਂਗੁਲੀ ਦੂਜੇ ਤੇ ਤੀਜੇ ਸਥਾਨ ਤੇ ਰਹੇ ਨੇ। ਕੇਂਦਰੀ ਸਿੱਖਿਆ ਮੰਤਰਾਲੇ ਅਤੇ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਐਂਡ ਰਿਸਰਚ ਟ੍ਰੇਨਿੰਗ ਨੇ ਫਾਊਂਡੇਸ਼ਨ ਲਰਨਿੰਗ ਸਟੱਡੀ 2022 ਦੀ ਰਿਪੋਰਟ ਜਾਰੀ ਕੀਤੀ ਹੈ, ਜਿਹਦੇ ਵਿੱਚ ਖੁਲਾਸਾ ਹੋਇਆ ਕਿ ਕਲਾਸ ਦੇ 3 ਵਿਦਿਆਰਥੀਆਂ ਤੇ ਕੀਤੇ ਗਏ ਕੌਮੀ ਸਰਵੇ ਦੇ ਵਿੱਚ ਪੰਜਾਬ ਦੇ ਵਿਦਿਆਰਥੀ ਦਿੱਲੀ ਵਾਲਿਆਂ ਨਾਲੋਂ ਮੂਹਰੇ ਨੇ। ਇਸ ਹਿਸਾਬ ਨਾਲ ਪੰਜਾਬ ਦੇ ਸਕੂਲੀ ਵਿਦਿਆਰਥੀ ਇੱਕ ਵਾਰੀ ਫਿਰ ਤੋਂ ਕੌਮੀ ਸਰਵੇ ਦੇ ਵਿੱਚ ਦਿੱਲੀ ਦੇ ਵਿਦਿਆਰਥੀਆਂ ਤੋਂ ਅੱਗੇ ਲੰਘ ਗਏ ਨੇ। ਬੁਲੇਟਿਨ ਦੇ ਵਿੱਚ ਕੁਝ ਹਾਦਸਿਆਂ ਦੇ ਨਾਲ, ਘਟਨਾਵਾਂ ਦੇ ਨਾਲ ਜੁੜੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਖਬਰ ਹੈ, ਜਿੱਥੇ ਬਹੁਤ ਵੱਡੀ ਘਟਨਾ ਵਾਪਰੀ ਹੈ। ਮਲੋਟ ਮੁਕਤਸਰ ਸੜਕ ਤੇ ਪਿੰਡ ਔਲਖ ਦੇ ਵਿੱਚ ਘਰੇਲੂ ਝਗੜੇ ਦਰਮਿਆਨ ਅਮਰਿੰਦਰ ਸਿੰਘ 34 ਸਾਲ ਦਾ ਨੌਜਵਾਨ, ਉਸਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ, ਇਹਨਾਂ ਚਾਰਾਂ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਕਥਿਤ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਹੈ ਸਾਰੀਆਂ ਦੀ ਤੇ ਆਪ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਖਮਾਂ ਦੀ ਤਾਬ ਨਾ ਚੱਲਦਿਆਂ ਹੋਇਆਂ ਜ਼ਖਮੀਆਂ ਚੋਂ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਬਾਕੀ ਬਠਿੰਡਾ ਤੇ ਫਰੀਦਕੋਟ ਦੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਸੀ। ਜ਼ਮੀਨ ਕਾਰਨ ਪਰਿਵਾਰ ਦੇ ਵਿੱਚ ਝਗੜਾ ਚੱਲਦਾ ਸੀ, ਜਿਸ ਕਰਕੇ ਰਿਸ਼ਤੇਦਾਰ ਇਕੱਠੇ ਹੋਏ ਸੀ। ਦਿਨ ਚੜ੍ਹਦੇ ਹੀ ਅਮਰਿੰਦਰ ਨੇ ਸੁੱਤੀ ਪਈ ਆਪਣੀ ਮਾਂ, ਭੈਣ, ਪਤਨੀ, ਭੂਆ ਦੀ ਨੂੰਹ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ। ਬਾਅਦ ਵਿੱਚ ਫਾਹਾ ਲੈ ਲਿਆ। ਜ਼ਖਮੀਆਂ ਵਿੱਚੋਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਮੌਤ ਹੋਈ ਹੈ। ਅਮਰੀਕਾ ਤੋਂ ਖਬਰ ਹੈ, ਜਿੱਥੇ ਟੈਨੇਸੀ ਸੂਬੇ ਦੇ ਮੈਂਫਿਸ ਦੇ ਵਿੱਚ ਇੱਕ ਵਿਅਕਤੀ ਨੇ ਕੁਝ ਲੋਕਾਂ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਹਮਲਾਵਰ ਦੀ ਉਮਰ ਮਹਿਜ਼ 19 ਸਾਲ ਹੈ। ਉਸ ਦੀ ਪਛਾਣ ਐਜ਼ ਕਿਲ ਕੈਲੀ ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੈਲੀ ਨੇ ਸਿਰਫ ਲੋਕਾਂ ਤੇ ਹਮਲਾ ਹੀ ਨਹੀਂ ਕੀਤਾ, ਬਲਕਿ ਇਸ ਘਟਨਾ ਨੂੰ ਫੇਸਬੁੱਕ ਤੇ ਲਾਈਵ ਸਟ੍ਰੀਮ ਵੀ ਕੀਤਾ। ਇੱਕ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਮੁਲਜ਼ਮ ਨੇ ਮੈਂਫਿਸ ਸ਼ਹਿਰ ਦੇ ਵਿੱਚ ਇੱਧਰ-ਉੱਧਰ ਘੁੰਮਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲਾ ਕਰਨ ਤੋਂ ਕਾਫੀ ਦੇਰ ਬਾਅਦ ਉਹ ਫੜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਹਨੂੰ ਫੜਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਉਹ ਵਾਰ-ਵਾਰ ਕਾਰਾਂ ਬਦਲਦਾ ਰਹਿੰਦਾ ਸੀ। ਉਸ ਨੂੰ ਪਹਿਲੀ ਵਾਰੀ ਨੀਲੇ ਰੰਗ ਦੀ ਕਾਰ 'ਚ ਦੇਖਿਆ ਗਿਆ, ਆਖਰੀ ਵਾਰੀ ਸਲੇਟੀ ਰੰਗ ਦੀ ਕਾਰ 'ਚ ਦੇਖਿਆ ਗਿਆ ਤੇ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਤਲਾਸ਼ੀ ਮੁਹਿੰਮ ਪੁਲਿਸ ਨੇ ਸ਼ੁਰੂ ਕਰ ਦਿੱਤੀ ਸੀ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।